ਸੌਦਾ ਇਕਤ ਹਟ ਸ਼ਬਦ ਵਿਸਾਹੀ ਹੈ, ਪੂਰਾ ਪੂਰੇ ਵਟ ਕੇ ਆਖ ਸਲਾਹੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਬਾਹਰ ਦੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ, ਉਹਨਾਂ ਦੁਕਾਨਾਂ ਦੇ ਉੱਤੇ ਜਦੋਂ ਅਸੀਂ ਲੈਣ ਦੇਣ ਕਰਦੇ ਹਾਂ ਤੇ ਉੱਥੇ ਮੋਟਾ ਨਿਯਮ ਇਹ ਚੱਲਦਾ ਹੈ ਕਿ ਜੇਕਰ ਸਾਡੇ ਕੋਲ ਕੋਈ ਚੀਜ਼ ਹੋਵੇ ਤੇ ਚੀਜ਼ ਦੇ ਬਦਲੇ ਦੇ ਵਿੱਚ ਚੀਜ਼ ਲੈ ਲਈ ਜਾਂਦੀ ਹੈ। ਜਦੋਂ ਕਰੰਸੀ ਘੱਟ ਸੀ ਉਦੋਂ ਇਹੋ ਹੀ ਚੱਲਦਾ ਹੁੰਦਾ ਸੀ ਵੀ ਅਸੀਂ ਚੀਜ਼ ਦੇ ਬਦਲੇ ਦੇ ਵਿੱਚ ਚੀਜ਼ ਲੈ ਲੈਣੀ, ਜਿਹਨੂੰ ਐਕਸਚੇਂਜ ਕਰਨਾ ਕਿਹਾ ਜਾਂਦਾ ਹੈ। ਮੇਰੇ ਕੋਲ ਕੁਝ ਹੈ, ਉਹਦੇ ਬਦਲੇ ਦੇ ਵਿੱਚ ਦੂਸਰੇ ਦੇ ਕੋਲੋਂ ਕੁਝ ਮੰਗਾ ਲਿਆ ਜਾਣਾ। ਜਾਂ ਫਿਰ ਇਹਦਾ ਦੂਜਾ ਰੂਪ ਜਿਹੜਾ ਹੁਣ ਸਾਡੇ ਸਾਹਮਣੇ ਆਉਂਦਾ ਹੈ, ਜਿਹਦੇ ਵਿੱਚ ਕਰੰਸੀ ਨੂੰ ਅੱਗੇ ਰੱਖਿਆ ਜਾਂਦਾ ਹੈ। ਦੁਕਾਨ ਤੋਂ ਕੋਈ ਚੀਜ਼ ਲੈ ਕੇ ਆਉਣੀ ਹੈ ਤੇ ਉਹਦੇ ਬਦਲੇ ਦੇ ਵਿੱਚ ਅਸੀਂ ਕੁਝ ਪੈਸੇ, ਕੁਝ ਕਰੰਸੀ ਦਿੰਦੇ ਹਾਂ ਤੇ ਉਹ ਚੀਜ਼ ਸਾਡੀ ਹੋ ਜਾਂਦੀ ਹੈ, ਸਾਨੂੰ ਮਿਲ ਜਾਂਦੀ ਹੈ। ਇਹ ਦੋ ਤਰੀਕੇ ਨੇ ਬਾਹਰ ਦੇ ਵਪਾਰ ਦੇ, ਬਾਹਰ ਦੇ ਕਾਰੋਬਾਰ ਦੇ। ਇਹਦੇ ਨਾਲ ਸਾਡਾ ਦੁਨੀਆ ਦੇ ਵਿੱਚ ਲੈਣ ਦੇਣ ਚੱਲਦਾ ਹੈ। ਪਹਿਲਾਂ ਜ਼ਿਆਦਾ ਜਿਣਸਾਂ ਦੇ ਰੂਪ ਦੇ ਵਿੱਚ, ਮਟੀਰੀਅਲ ਦੇ ਰੂਪ ਦੇ ਵਿੱਚ, ਵੀ ਜਿੱਥੇ ਖੇਤੀ ਹੁੰਦੀ ਹੈ ਉਹਨਾਂ ਨੇ ਖੇਤੀ ਦੀਆਂ ਜਿਹੜੀਆਂ ਜਿਣਸਾਂ ਪੈਦਾ ਹੁੰਦੀਆਂ ਸੀ ਉਹ ਅੱਗੇ ਦੇ ਦੇਣੀਆਂ ਤੇ ਖਾਣ ਲਈ ਮਸਾਲੇ ਆਦਿਕ ਜਿਹੜੇ ਸੀ ਉਹ ਘਰਾਂ ਦੇ ਵਿੱਚ ਲੈ ਆਉਣੇ। ਬਾਅਦ ਦੇ ਵਿੱਚ ਹੌਲੀ ਹੌਲੀ ਕਰੰਸੀ ਸੌਖੀ ਹੋ ਗਈ, ਆਮ ਲੋਕਾਂ ਦੀ ਪਹੁੰਚ ਦੇ ਵਿੱਚ ਵੀ ਹੋ ਗਈ ਹੈ ਹੁਣ ਦੇ ਵਾਂਗੂ। ਤੇ ਹੁਣ ਇੱਥੋਂ ਸ਼ਹਿਰਾਂ ਦੇ ਹਿਸਾਬ ਦੇ ਵਿੱਚ ਅਸੀਂ ਵੇਖਦੇ ਹਾਂ ਵੀ ਜ਼ਿਆਦਾ ਕਰੰਸੀ ਨੂੰ ਹੀ ਵਰਤਿਆ ਜਾਂਦਾ ਹੈ ਚੀਜ਼ਾਂ ਦੇ ਲੈਣ ਦੇਣ ਦੇ ਲਈ। ਔਰ ਇਹਦੇ ਤੋਂ ਵੀ ਅੱਗੇ ਅਸੀਂ ਹੁਣ ਜ਼ਿਆਦਾ ਅੱਗੇ ਨਿਕਲ ਗਏ ਹਾਂ ਤੇ ਹੁਣ ਕਰੰਸੀ ਵਾਲਾ ਪਾਸਾ ਵੀ ਹੌਲੀ ਹੌਲੀ ਪਿੱਛੇ ਹੋਈ ਜਾਂਦਾ ਹੈ, ਜਿਹਨੂੰ ਕੈਸ਼ਲੈਸ ਹੋਣਾ ਕਿਹਾ ਜਾ ਰਿਹਾ ਹੈ। ਅੱਜ ਕੱਲ੍ਹ ਇੱਦਾਂ ਚੱਲਦਾ ਪਿਆ ਹੈ ਸਾਡਾ ਵਪਾਰ ਵੀ ਬਸ ਅਸੀਂ ਜਸਟ ਨੰਬਰ ਸਾਡੇ ਵੱਧਦੇ ਤੇ ਨੰਬਰ ਘਟ ਜਾਂਦੇ ਨੇ ਤੇ ਇੱਦਾਂ ਹੀ ਸਾਡਾ ਵਪਾਰ ਚੱਲਦਾ ਪਿਆ ਹੈ। ਇਹ ਬਾਹਰ ਦੀ ਦੁਨੀਆ ਦੇ ਵਪਾਰ ਨੇ ਵੀ ਜਦੋਂ ਅਸੀਂ ਬਾਹਰ ਸੌਦੇਬਾਜ਼ੀ ਕਰਦੇ ਹਾਂ ਤੇ ਸਾਡਾ ਕਿੱਦਾਂ ਸੌਦਾ ਹੁੰਦਾ ਹੈ ਤੇ ਕਿੱਦਾਂ ਸਾਡਾ ਕਨੈਕਸ਼ਨ ਜੁੜਦਾ ਹੈ। ਹੁਣ ਇਸੇ ਚੀਜ਼ ਨੂੰ ਜਦੋਂ ਅਸੀਂ ਗੁਰੂ ਘਰ ਦੀ ਉਦਾਹਰਨ ਦੇ ਨਾਲ ਸਮਝਦੇ ਹਾਂ, ਗੁਰੂ ਨਾਨਕ ਸਾਹਿਬ ਦੇ ਨਾਲ ਆਪਣਾ ਸੰਬੰਧ ਜੋੜਦੇ ਹਾਂ ਤੇ ਇਹਨੂੰ ਇੱਦਾਂ ਸਮਝ ਲਿਓ, ਸਿਰਫ ਸਮਝਣ ਦੀ ਖਾਤਰ ਹੈ। ਇਹ ਉਦਾਹਰਨਾਂ ਤਾਂ ਕਰਕੇ ਹੁੰਦੀਆਂ ਨੇ ਕਿ ਅਸੀਂ ਗੁਰਮਤਿ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝ ਲਈਏ। ਬਸ ਜਿੱਦਾਂ ਬਾਹਰ ਦੀ ਦੁਕਾਨ ਹੁੰਦੀ ਹੈ ਤੇ ਦੁਕਾਨ ਦੇ ਉੱਤੇ ਸੌਦਾ ਪਿਆ ਹੈ, ਇੱਕ ਦੁਕਾਨ ਦੇ ਵਿੱਚ ਸੌਦਾ ਵੇਚਣ ਵਾਲਾ ਹੈ ਤੇ ਇੱਕ ਅਸੀਂ ਜਿਹੜੇ ਹਾਂ ਉਹ ਕਸਟਮਰ ਬਣ ਕੇ, ਗ੍ਰਾਹਕ ਬਣ ਕੇ ਤੇ ਦੁਕਾਨ ਤੋਂ ਸੌਦਾ ਲੈਣ ਜਾ ਰਹੇ ਹਾਂ। ਇੱਦਾਂ ਹੀ ਜਿਹੜੀ ਸਾਧ ਸੰਗਤ ਹੈ ਉਹ ਸਮਝ ਲਓ ਇੱਕ ਦੁਕਾਨ ਹੈ। ਦੁਕਾਨ ਦਾ ਜੇ ਇੱਦਾਂ ਸਿੱਧੇ ਅਰਥ ਕਰਾਂਗੇ ਤੇ ਦੁਕਾਨ ਦਾ ਮਤਲਬ ਹੈ ਵੀ ਕਿਸੇ ਨਾ ਕਿਸੇ ਫਾਇਦੇ ਲਈ ਖੁੱਲ੍ਹੀ ਹੋਈ ਹੈ। ਹਰ ਦੁਕਾਨਦਾਰ ਨੇ ਕੁਝ ਫਾਇਦਾ ਹੋਵੇ ਤੇ ਫੇਰ ਹੀ ਖੋਲ੍ਹਦਾ ਪਿਆ ਹੈ। ਇੱਥੇ ਦੁਕਾਨ ਦਾ ਭਾਵ ਸਿਰਫ ਇੰਨਾ ਕੁ ਲੈਣਾ ਹੈ ਕਿ ਅਸੀਂ ਜਿੱਥੋਂ ਸੌਦੇ ਦਾ ਲੈਣ ਦੇਣ ਕਰ ਸਕਦੇ ਹਾਂ, ਬਸ ਇੰਨਾ ਕੁ ਮਤਲਬ ਹੈ। ਜਿੱਦਾਂ ਦੁਕਾਨ ਤੋਂ ਲੋੜ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਤੇ ਇੱਦਾਂ ਸਾਧ ਸੰਗਤ ਨੂੰ ਦੁਕਾਨ ਕਹਿ ਦਿੱਤਾ ਹੈ, ਹੱਟ ਕਹਿ ਦਿੱਤਾ ਹੈ। ਹੱਟੀ ਸ਼ਬਦ ਹੁਣ ਖਤਮ ਹੋ ਗਿਆ ਤੇ ਹੁਣ ਤੇ ਵੈਸੇ ਦੁਕਾਨ ਵੀ ਖਤਮ ਹੋਈ ਜਾਂਦਾ ਹੈ, ਸ਼ੌਪ ਹੀ ਆ ਗਿਆ ਉਹਦੀ ਥਾਂ ਦੇ ਉੱਤੇ ਤੇ ਉਹ ਵੀ ਹੌਲੀ ਹੌਲੀ ਖਤਮ ਹੋ ਜਾਵੇਗਾ। ਉਹਦੀ ਥਾਂ ਤੇ ਸਟੋਰ ਜਾਂ ਮੌਲ ਸ਼ਬਦ ਹੀ ਆ ਜਾਣੇ ਨੇ। ਸਾਡੇ ਵੇਂਦਿਆਂ ਇੰਨਾ ਬਦਲਾਅ ਹੋਈ ਜਾਣਾ ਹੈ। ਹੱਟੀ ਸ਼ਬਦ ਵਰਤਿਆ ਜਾਂਦਾ ਹੈ ਔਰ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਹੈ ਉਹ ਹੱਟੀ ਸ਼ਬਦ ਹੀ ਵਰਤਿਆ ਹੈ। ਜਿੱਦਾਂ ਬਾਹਰ ਦੀਆਂ ਦੁਕਾਨਾਂ ਤੋਂ ਸੌਦਾ ਲੈਣ ਜਾਂਦੇ ਹਾਂ ਤੇ ਉਹਦੇ ਬਦਲੇ ਦੇ ਵਿੱਚ ਕਰੰਸੀ ਦਿੰਦੇ ਹਾਂ, ਇੱਦਾਂ ਸਾਧ ਸੰਗਤ ਇੱਕ ਹੱਟੀ ਹੈ ਤੇ ਇੱਥੋਂ ਅਸੀਂ ਲੈਣ ਕੀ ਆਏ ਹਾਂ? ਜੇ ਇਹ ਦੁਕਾਨ ਹੈ, ਜੇ ਇਹ ਹੱਟੀ ਹੈ ਤੇ ਇੱਥੋਂ ਅਸੀਂ ਲੈਣ ਕੀ ਆਏ ਹਾਂ? ਤੇ ਇੱਥੋਂ ਅਸੀਂ ਲੈਣ ਆਏ ਹਾਂ ਨਾਮ। ਇੱਥੋਂ ਅਸੀਂ ਲੈਣ ਆਏ ਹਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਸੰਬੰਧ ਕਿੱਦਾਂ ਜੁੜੇ। ਅਸੀਂ ਮਾਲਕ ਦੇ ਜਿਹੜੇ ਗੱਲ ਨੂੰ ਲੈ ਕੇ ਤੁਰਦੇ ਹਾਂ ਵੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹਨੂੰ ਅਸੀਂ ਕਿੱਦਾਂ ਸਿੱਖ ਸਕਦੇ ਹਾਂ? ਉਹ ਅਸੀਂ ਇਹ ਕੁਝ ਕਰਨ ਆਏ ਹਾਂ ਇੱਥੇ। ਤੇ ਜੇ ਸਾਨੂੰ ਇੱਦਾਂ ਕਹਿ ਲਈਏ ਵੀ ਦੁਕਾਨ ਦੇ ਵਿੱਚ ਆਇਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਰਨ ਕੀ ਆਏ ਹਾਂ, ਤੇ ਫਿਰ ਹੌਲੀ ਹੌਲੀ ਦੁਕਾਨਦਾਰ ਸਾਨੂੰ ਕੀ ਕਹੇਗਾ ਵੀ ਜੇ ਤੁਹਾਨੂੰ ਪਤਾ ਹੀ ਨਹੀਂ ਵੀ ਤੁਸੀਂ ਸੌਦਾ ਕੀ ਖਰੀਦਣਾ, ਤੇ ਫਿਰ ਕੀ ਹੋ ਜਾਂਦਾ? ਜੇ ਤੁਹਾਨੂੰ ਪਤਾ ਹੀ ਨਹੀਂ ਵੀ ਤੁਸੀਂ ਖਰੀਦਣ ਕੀ ਆਏ ਜੇ ਤੇ ਫਿਰ ਚਲੋ ਤੁਸੀਂ ਗਲਤ ਦੁਕਾਨ ਦੇ ਵਿੱਚ ਆ ਗਏ ਜੇ। ਬੁਰਾ ਨਾ ਮਨਾਇਓ, ਮੇਰੇ ਨਾਲੋਂ ਜ਼ਿਆਦਾ ਵਾਹ ਤੁਹਾਡੇ ਵਿੱਚੋਂ ਅੱਧਿਆਂ ਦੇ ਪਰਿਵਾਰ ਸ਼ਾਇਦ ਆਪਣੀਆਂ ਦੁਕਾਨਾਂ ਚਲਾਉਂਦੇ ਹੋਣਗੇ ਤੇ ਅੱਧੇ ਦੁਕਾਨਾਂ ਤੇ ਸਾਰੇ ਜਾਂਦੇ ਹੀ ਨੇ। ਵੇਖ ਲਓ ਕਿਸ ਤਰ੍ਹਾਂ ਦੇ ਕਸਟਮਰ ਆਉਂਦੇ ਨੇ।
ਉਹ ਬਾਅਦ ਦੇ ਵਿੱਚ ਹੱਸ ਛੱਡਦੇ ਨੇ। ਸਾਰਾ ਕੁਝ ਖਿਲਾ ਲਿਆ, ਖਰੀਦਿਆ ਇੱਕ ਵੀ ਚੀਜ਼ ਨਹੀਂ, ਤੇ ਫਿਰ ਕੀ ਬਣਦਾ? ਕਿੰਨਾ ਗੁੱਸਾ ਲੱਗਦਾ, ਦੁੱਖ ਲੱਗਦਾ। ਅਸੀਂ ਵੀ ਉਹਨਾਂ ਦੇ ਵਿੱਚ ਹੋਵਾਂਗੇ, ਕਿਸੇ ਨੂੰ ਦੂਸਰੇ ਨੂੰ ਕੀ ਕਹਿਣਾ। ਪਰ ਜੇ ਬੰਦੇ ਨੇ ਖਰੀਦਣਾ ਹੋਵੇ ਲੋਹੇ ਦਾ ਸਮਾਨ ਤੇ ਵੜ ਜੇ ਜਾ ਕੇ ਸੋਨੇ ਦੀ ਦੁਕਾਨ ਦੇ ਵਿੱਚ, ਤੇ ਉਹ ਕੀ ਕਹੇਗਾ ਵੀ ਤੂੰ ਗਲਤ ਦੁਕਾਨ ਤੇ ਆ ਗਿਆ, ਤੇਰੀ ਇਹ ਦੁਕਾਨ ਨਹੀਂ ਹੈ। ਜੇ ਮੈਂ ਕਿਸੇ ਦੁਕਾਨ ਦੇ ਉੱਤੇ ਜਾ ਰਿਹਾ ਹਾਂ ਤੇ ਮੇਰਾ ਮਕਸਦ ਤੇ ਹੈ ਨਾ ਵੀ ਮੈਂ ਕੀ ਲੈਣ ਜਾ ਰਿਹਾ ਉੱਥੋਂ। ਗਲਤ ਦੁਕਾਨ ਦੇ ਵਿੱਚ ਜਾ ਕੇ ਗਲਤ ਚੀਜ਼ ਤੇ ਮੈਂ ਖਰੀਦ ਨਹੀਂ ਸਕਦਾ। ਤੇ ਜੇ ਮਹਾਰਾਜ ਨੇ ਇਹਨੂੰ ਸੰਗਤ ਨੂੰ ਇੱਕ ਦੁਕਾਨ ਬੋਲਿਆ ਹੈ, ਹੱਟੀ ਬੋਲਿਆ ਹੈ, ਤੇ ਮੈਂ ਇੱਥੇ ਸੌਦਾ ਲੈਣ ਦੇ ਲਈ ਆ ਗਿਆ ਹਾਂ, ਤਾਂ ਮੈਨੂੰ ਪਤਾ ਵੀ ਤੇ ਹੋਵੇ ਵੀ ਇੱਥੇ ਸੌਦਾ ਮਿਲਦਾ ਕਿਹੜਾ ਹੈ। ਕਰਿਆਨੇ ਦੀ ਦੁਕਾਨ ਤੋਂ ਸੋਨਾ ਤੇ ਨਹੀਂ ਮਿਲ ਸਕਦਾ, ਜਾਂ ਡਾਕਟਰ ਦੀ ਦੁਕਾਨ ਤੋਂ ਸੋਨਾ ਮਿਲ ਜਾਵੇਗਾ। ਮੈਨੂੰ ਪਤਾ ਹੋਵੇ ਵੀ ਮੈਂ ਜਿਹੜੀ ਦੁਕਾਨ ਦੇ ਉੱਤੇ, ਮੈਂ ਵਾਰ-ਵਾਰ ਇਹ ਸ਼ਬਦ ਵਰਤਾਂਗਾ, ਪਰ ਇਹਨੂੰ ਵਪਾਰ ਵਾਲੇ ਪਾਸੇ ਤੋਂ ਦੁਕਾਨ ਨਾ ਸਮਝਣਾ, ਇਹਨੂੰ ਲੈਣ ਦੇਣ ਵਾਲੇ ਪਾਸੇ ਤੋਂ ਦੁਕਾਨ ਸਮਝਣਾ। ਮੈਂ ਇੱਥੇ ਲੈਣ ਕੀ ਆ ਰਿਹਾ ਹਾਂ? ਇੱਥੇ ਮੈਂ ਲੈਣ ਆ ਰਿਹਾ ਹਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਮੇਰਾ ਸੰਬੰਧ ਕਿੱਦਾਂ ਜੁੜੇ, ਮੈਂ ਉਹ ਚੀਜ਼ ਸਿੱਖਣ ਦੇ ਲਈ ਆ ਰਿਹਾ ਹਾਂ। ਤੇ ਸੁਭਾਵਿਕ ਜੀ ਗੱਲ ਹੈ ਵੀ ਜਿੱਦਾਂ ਬਾਹਰ ਦੀਆਂ ਦੁਕਾਨਾਂ ਦੇ ਉੱਤੇ ਸੌਦਾ ਖਰੀਦਣ ਲੱਗਿਆਂ ਮੈਨੂੰ ਪੈਸੇ ਦੇਣੇ ਪੈਂਦੇ ਨੇ, ਇੱਥੇ ਮੈਂ ਕਿਹੜੀ ਚੀਜ਼ ਦੇ ਨਾਲ ਵਪਾਰ ਕਰਨਾ ਹੈ। ਕੱਲ੍ਹ ਅਸੀਂ ਇੱਕ ਗੱਲ ਸਿੱਖੀ ਸੀ ਵੀ ਭਾਈ ਇੱਥੇ ਪੈਸਿਆਂ ਦਾ ਲੈਣ ਦੇਣ ਨਹੀਂ ਹੋ ਸਕਦਾ। ਪੈਸੇ ਇੱਕ ਲੈਵਲ ਦੇ ਉੱਤੇ ਨੇ ਵੀ ਜਿੱਥੋਂ ਤੱਕ ਪੈਸਾ ਕੰਮ ਕਰਦਾ, ਅੱਗੇ ਪੈਸਾ ਨਹੀਂ ਕੰਮ ਕਰਦਾ। ਜਿਹਨੂੰ ਮੈਂ ਕੱਲ੍ਹ ਵੀ ਆਪ ਜੀ ਦੇ ਅੱਗੇ ਰੱਖਿਆ ਸੀ, ਤਾਂ ਸੰਖੇਪ ਕਰ ਦੇਵਾਂ। ਪੱਖੇ ਚੱਲਦੇ ਪਏ ਨੇ, ਇੱਥੋਂ ਤੱਕ ਪੈਸਾ ਲੱਗਦਾ ਹੈ। ਏਸੀ ਚੱਲਦੇ ਪਏ ਨੇ, ਇੱਥੋਂ ਤੱਕ ਪੈਸਾ ਹੈ। ਮਾਈਕ ਚੱਲਦਾ ਪਿਆ ਹੈ, ਇੱਥੋਂ ਤੱਕ ਪੈਸਾ ਹੈ। ਅੱਗੇ ਸੁਣਦੇ ਕੀ ਹਾਂ, ਬੋਲਦੇ ਕੀ ਹਾਂ, ਇੱਥੇ ਪੈਸਾ ਕੁਝ ਨਹੀਂ ਕਰ ਸਕਦਾ। ਕੋਈ ਫਰਕ ਨਹੀਂ ਪੈਂਦਾ ਕੋਈ ਵੱਡਾ ਹੈ ਤੇ ਕੋਈ ਨਿੱਕਾ ਹੈ, ਕੋਈ ਫਰਕ ਨਹੀਂ ਪੈਂਦਾ ਕੋਈ ਕਿੰਨੀ ਦੂਰ ਤੋਂ ਆਇਆ ਤੇ ਕਿੰਨੇ ਨੇੜੇ ਤੋਂ ਆਇਆ ਹੈ। ਇੱਥੇ ਹੁਣ ਇਹ ਸਾਰੀਆਂ ਚੀਜ਼ਾਂ ਮਾਈਨਸ ਹੋ ਗਈਆਂ। ਇੱਥੇ ਸਿਰਫ ਮੈਂ ਪਹੁੰਚਿਆ ਹਾਂ ਦੁਕਾਨ ਦੇ ਉੱਤੇ, ਹੁਣ ਮੇਰੀ ਅਗਲੀ ਮੰਜ਼ਿਲ ਸ਼ੁਰੂ ਹੋ ਗਈ ਹੈ ਵੀ ਮੈਂ ਸੌਦਾ ਕਿੰਨਾ ਕੁ ਲੈ ਸਕਦਾ ਹਾਂ ਇੱਥੋਂ। ਕੋਈ 100 ਕਿਲੋਮੀਟਰ ਚੱਲ ਕੇ ਆਵੇ ਤੇ ਇਸੇ ਗੱਲ ਦੇ ਵਿੱਚ ਥੋੜ੍ਹਾ ਮਾਣ ਪਾ ਲਵੇਗਾ ਜੀ ਮੈਂ 100 ਕਿਲੋਮੀਟਰ ਚੱਲ ਕੇ ਆਇਆ, ਤੇ ਵੀ ਜਿਹੜੀ ਚੀਜ਼ ਲਈ ਆਇਆ ਹੈ ਉਹਨੂੰ ਵੀ ਤੇ ਲੈ ਕੇ ਜਾ। ਵਾਪਸ ਖਾਲੀ ਮੁੜ ਜਾਵੇ ਤੇ ਫਿਰ ਫੇਰਾ ਮਾਰਨਾ ਪਵੇਗਾ। ਮਰਦ ਕਹਿੰਦੇ ਬਿਨ ਸ਼ਬਦੈ ਅੰਤਰ ਆਨੇਰਾ, ਨਾ ਵਸਤ ਲਹੈ ਨਾ ਚੂਕਿਆ ਫੇਰਾ। ਬੰਦਾ ਸਾਰਾ ਦਿਨ ਬਾਜ਼ਾਰ ਦੇ ਵਿੱਚ ਘੁੰਮਦਾ ਰਹੇ, ਜਿਹੜੀ ਦੁਕਾਨ ਤੋਂ ਸਮਾਨ ਲੈ ਕੇ ਜਾਣਾ ਸੀ ਉਹਦੇ ਅੱਗੋਂ ਦੀ ਵਾਰ-ਵਾਰ ਲੰਘ ਜਾਵੇ ਤੇ ਫੇਰਾ ਤੇ ਵੱਜੇਗਾ ਹੀ। ਘਰ ਦੇ ਤੇ ਵਾਰ-ਵਾਰ ਭੇਜਣਗੇ ਵੀ ਲੈ ਕੇ ਆ ਸਮਾਨ ਨੂੰ। ਬਸ ਇੱਦਾਂ ਦੀ ਖੇਡ ਹੈ ਜ਼ਿੰਦਗੀ ਦੇ ਵਿੱਚ। ਜੇ ਮੈਂ ਇੱਥੋਂ ਨਾਮ ਨੂੰ ਲੈਣ ਦੀ ਕੋਸ਼ਿਸ਼ ਕਰਦਾ ਹਾਂ ਤੇ ਮੇਰੀ ਜ਼ਿੰਦਗੀ ਦੇ ਵਿੱਚ ਮਾਲਕ ਦਾ ਨਾਮ ਆਵੇ, ਤੇ ਫਿਰ ਮੈਨੂੰ ਕੀ ਰੱਖਣਾ ਪੈਂਦਾ ਹੈ ਇੱਥੇ? ਸਤਿਗੁਰੂ ਜੀ ਨੇ ਸਵਾਲ ਕੀਤੇ ਨੇ ਜਪਜੀ ਸਾਹਿਬ ਦੇ ਅੰਦਰ। ਹਜ਼ੂਰ ਕਹਿੰਦੇ ਨੇ ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਜਿਹਦੇ ਨਾਲ ਉਹਦਾ ਦਰਬਾਰ ਦਿਸ ਜਾਵੇ, ਕਿਹੜੀ ਚੀਜ਼ ਉਹਦੇ ਅੱਗੇ ਰੱਖ ਦਿੱਤੀ ਜਾਵੇ। ਤੇ ਅਗਲਾ ਕੁਐਸਚਨ ਵੀ ਤੁਸੀਂ ਪੜ੍ਹਦੇ ਜੇ, ਮੂੰਹੋਂ ਕੇ ਬੋਲਣ ਬੋਲੀਏ, ਮੂੰਹ ਤੋਂ ਕਿਹੜਾ ਬੋਲ ਬੋਲਿਆ ਜਾਵੇ। ਜਿਤ ਸੁਣ ਧਰੇ ਪਿਆਰ, ਵੀ ਜਿਨ੍ਹਾਂ ਨੂੰ ਸੁਣ ਕੇ ਤੇ ਰੱਬ ਸਾਡੇ ਨਾਲ ਕਿਤੇ ਪਿਆਰ ਕਰਨ ਲੱਗ ਪਵੇ। ਇਹਦਾ ਮਤਲਬ ਹੈ ਵੀ ਇੱਕ ਚੀਜ਼ ਰੱਖਣੀ ਹੈ, ਤੇ ਜਿਹੜੀ ਚੀਜ਼ ਰੱਖਣੀ ਹੈ ਉਹਦੇ ਨਾਲ ਕੁਝ ਬੋਲ ਵੀ ਬੋਲਣੇ ਨੇ। ਜਿੱਦਾਂ ਦੁਕਾਨ ਤੇ ਕਰੰਸੀ ਵੀ ਰੱਖੀ ਤੇ ਨਾਲ ਬੋਲਿਆ ਵੀ ਆਹ ਸੌਦਾ ਚਾਹੀਦਾ ਹੈ, ਇੱਦਾਂ ਇੱਥੇ ਕੁਝ ਚੀਜ਼ਾਂ ਰੱਖਣੀਆਂ ਵੀ ਨੇ ਤੇ ਕੁਝ ਬੋਲ ਵੀ ਮੂੰਹ ਤੋਂ ਬੋਲਣੇ ਨੇ। ਬਿਲਕੁਲ ਉਹੀ ਸਿਸਟਮ ਸੰਗਤ ਦੇ ਵਿੱਚ ਵਰਤਦਾ ਹੈ। ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਭਾਈ ਇੱਥੇ ਅਸੀਂ ਰੱਖਦੇ ਹਾਂ ਸ਼ਬਦ। ਹਾਲਾਂਕਿ ਅਸੀਂ ਸ਼ਬਦ ਸਿੱਖਣ ਹੀ ਇੱਥੋਂ ਆ ਰਹੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸ਼ਬਦ ਇੱਥੋਂ ਹੀ ਸਿੱਖਣਾ ਹੈ, ਪਰ ਇੱਥੇ ਰੱਖਿਆ ਹੀ ਸ਼ਬਦ ਜਾਣਾ ਹੈ, ਹੋਰ ਕੁਝ ਰੱਖਿਆ ਹੀ ਨਹੀਂ ਜਾ ਸਕਦਾ। ਚੀਜ਼ਾਂ ਸਾਰੀਆਂ ਪਿੱਛੇ ਦੀਆਂ ਪਿੱਛੇ ਰਹਿ ਜਾਂਦੀਆਂ ਨੇ। ਇੱਕ ਬਚਨ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਸਾਡੇ ਰਿਵਾਇਤ ਦੇ ਵਿੱਚ ਇੱਕ ਪ੍ਰਚਲਿਤ ਸਾਖੀ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨੂੰ ਜੋੜਿਆ ਜਾਂਦਾ। ਉਹ ਕਹਿੰਦੇ ਕਿ ਮਹਾਰਾਜ ਜੀ ਦਾ ਇੱਕ ਸਿੱਖ ਸੀ ਤੇ ਉਹਨੇ ਸੰਗਤ ਦੇ ਵਿੱਚ ਆਉਣਾ ਸੀ, ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਨਾ ਬਹੁਤ ਜ਼ਿਆਦਾ ਭੀੜ ਸੀ ਸੰਗਤ ਦੀ, ਵਾਰੀ ਨਹੀਂ ਸੀ ਲੱਗਦੀ ਪਈ। ਤੇ ਉਹਨੇ ਕੀ ਕੀਤਾ, ਉਹ ਹੈ ਇੱਦਾਂ ਦਾ ਹੀ ਸੀ, ਸਿੱਖ ਸੀ। ਭਾਈ ਸੁਥਰਾ ਜੀ ਦੇ ਨਾਲ ਉਹ ਸਾਖੀ ਜੋੜੀ ਜਾਂਦੀ ਹੈ, ਤੇ ਉਹ ਇੱਦਾਂ ਦਾ ਸਿੱਖ ਸੀ ਵੀ ਉਹ ਪ੍ਰੈਕਟੀਕਲ ਦੇ ਵਿੱਚ ਬੜਾ ਕੁਝ ਕਰਕੇ ਵਿਖਾ ਦਿੰਦਾ ਹੁੰਦਾ ਸੀ। ਕਹਿੰਦੇ ਉਹਨੇ ਵੇਖਿਆ ਵੀ ਇੱਦਾਂ ਤੇ ਮਹਾਰਾਜ ਦੇ ਕੋਲ ਪਹੁੰਚਿਆ ਨਹੀਂ ਜਾਣਾ, ਵੀ ਜਿਹੜੇ ਪਹਿਲਾਂ ਲੱਗੇ ਨੇ ਇਹਨਾਂ ਹੀ ਨਹੀਂ ਸਾਡਾ ਨੰਬਰ ਲੱਗਣ ਦੇਣਾ। ਉਹਨੇ ਇੱਕ ਬੋਰੀ ਦੇ ਵਿੱਚ ਕੁਝ ਠੀਕਰਾਂ ਇਕੱਠੀਆਂ ਕੀਤੀਆਂ, ਤੇ ਜਦੋਂ ਉਹਨਾਂ ਦਾ ਥੋੜ੍ਹਾ ਜਿਹਾ ਭਾਰ ਹੋ ਗਿਆ ਤੇ ਮੋਢੇ ਦੇ ਉੱਤੇ ਚੁੱਕ ਕੇ ਤੇ ਸੰਗਤ ਨੂੰ ਆਵਾਜ਼ ਦਿੰਦਾ ਵੀ ਪਰੇ ਹੋ ਜਾਓ, ਪਰੇ ਹੋ ਜਾਓ, ਮੈਨੂੰ ਅੱਗੇ ਜਾਣਾ, ਮੈਂ ਅੱਗੇ ਜਾਣਾ। ਸੁਭਾਵਿਕ ਜੀ ਗੱਲ ਹੈ, ਜਿਹਨੇ ਭਾਰ ਚੁੱਕਿਆ ਉਹਨੂੰ ਰਸਤਾ ਦੇਈ ਜਾਣਾ। ਤੇ ਉਹ ਆ ਕੇ ਤੇ ਮਹਾਰਾਜ ਦੇ ਅੱਗੇ ਉਹਨੇ ਰੱਖ ਦਿੱਤੀਆਂ। ਤੇ ਮਹਾਰਾਜ ਕਹਿੰਦੇ ਵੀ ਕੀ ਹੈ? ਕਹਿੰਦੇ ਸਤਿਗੁਰੂ ਜੀ ਇਹ ਤੇ ਠੀਕਰਾਂ ਨੇ। ਤੇ ਵੀ ਇਹ ਕਿਉਂ ਲਿਆਂਦੀਆਂ?
ਤੇ ਵੀ ਸੱਚੇ ਪਾਤਸ਼ਾਹ ਇਹਨਾਂ ਕਰਕੇ ਤੇ ਤੁਹਾਡੇ ਦਰਸ਼ਨ ਹੋ ਗਏ, ਜੇ ਇਹਨਾਂ ਹੁੰਦੀਆਂ ਨੇ ਤੁਹਾਨੂੰ ਤਾਂ ਮਿਲ ਵੀ ਨਹੀਂ ਸੀ ਦੇਣਾ ਕਿਸੇ ਨੇ, ਵੀ ਇੰਨੀ ਜ਼ਿਆਦਾ ਭੀੜ ਅੱਗੇ ਪਈ ਹੈ, ਇਹਨਾਂ ਤਾਂ ਮੈਨੂੰ ਅੱਗੇ ਨਹੀਂ ਸੀ ਆਉਣ ਦੇਣਾ। ਫਿਰ ਕਹਿੰਦੇ ਨੇ ਵੀ ਮਹਾਰਾਜ ਨੇ ਇੱਕ ਗੱਲ ਕੀਤੀ ਵੀ ਭਾਈ ਜਿਹੜਾ ਲੰਗਰ ਦਾ ਸਮਾਨ ਹੈ, ਰਸਦਾਂ ਨੇ, ਉਹ ਉੱਥੋਂ ਦੀਆਂ ਉੱਥੇ ਹੀ ਪਹੁੰਚਾ ਦਿੱਤੀਆਂ ਜਾਣ, ਉਹ ਗੁਰੂ ਘਰ ਦੇ ਵਿੱਚ ਅੱਗੇ ਦਰਬਾਰ ਸਾਹਿਬ ਨਹੀਂ ਲਿਆਂਦੀਆਂ ਜਾਣਗੀਆਂ। ਇਹਨੂੰ ਸਮਝੋ, ਲੰਗਰ ਦਾ ਸਮਾਨ ਹੈ ਉਹ ਸਟੋਰ ਦੇ ਵਿੱਚ ਹੀ ਜਾਂਦਾ ਚੰਗਾ ਲੱਗਦਾ ਹੈ, ਨਾ ਕਿ ਗੋਲਕਾਂ ਦੇ ਵਿੱਚ ਆਉਂਦਾ ਚੰਗਾ ਲੱਗਦਾ ਵੀ ਕੋਈ ਦੁੱਧ ਦੇ ਪੈਕਟ ਰੱਖ ਕੇ ਕਵੇ ਵੀ ਮੈਂ ਮਹਾਰਾਜ ਨੂੰ ਦੁੱਧ ਚੜਾ ਰਿਹਾ। ਇੱਥੇ ਕੀ ਲੋੜ ਹੈ ਇਹਨਾਂ ਚੀਜ਼ਾਂ ਦੀ? ਇੱਕ ਥਾਂ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਅਸੀਂ ਸਿੱਖਣਾ ਵੀ ਇੱਥੋਂ ਸ਼ਬਦ ਹੈ ਤੇ ਇੱਥੇ ਦੇਣਾ ਵੀ ਵਾਪਸ ਸ਼ਬਦ ਹੈ। ਤੁਸੀਂ ਸਿੱਖਣਾ ਵੀ ਜਪਜੀ ਸਾਹਿਬ ਹੈ ਤੇ ਮਹਾਰਾਜ ਨੂੰ ਵਾਪਸ ਵੀ ਦੇਣਾ ਜਪਜੀ ਸਾਹਿਬ ਹੈ। ਸਤਿਗੁਰੂ ਨੇ ਕੀ ਕਿਹਾ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਰੱਖਣਾ ਕੀ ਹੈ ਉਹਦੇ ਅੱਗੇ? ਰੱਖਣਾ ਹੈ ਅੰਮ੍ਰਿਤ ਵੇਲਾ, ਤੇ ਬੋਲਣਾ ਕੀ ਹੈ? ਵਡਿਆਈ ਬੋਲਣੀ ਹੈ। ਬਸ ਆਹ ਦੋ ਚੀਜ਼ਾਂ ਰੱਖ ਦੇਣੀਆਂ ਨੇ। ਦੁਕਾਨ ਦੇ ਉੱਤੇ ਗਏ, ਕੁਝ ਰੱਖਿਆ ਤੇ ਕੁਝ ਬੋਲਿਆ। ਇੱਥੇ ਰੱਖਣਾ ਹੈ ਅੰਮ੍ਰਿਤ ਵੇਲਾ ਤੇ ਬੋਲਣਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਨੂੰ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਥੇ ਸੌਦਾ ਕਰਨਾ, ਇੱਥੇ ਵਪਾਰ ਕਰਨਾ ਸਿਰਫ ਇੰਨਾ ਕੁ ਹੈ ਕਿ ਸੌਦਾ ਇਕਤ ਹੱਟ। ਆ ਇੱਕੋ ਇੱਕ ਸਾਧ ਸੰਗਤ ਇੱਦਾਂ ਦੀ ਹੱਟੀ ਹੈ, ਇੱਦਾਂ ਦੀ ਦੁਕਾਨ ਹੈ ਕਿ ਜਿੱਥੇ ਇਹਦਾ ਸੌਦਾ ਹੁੰਦਾ ਹੈ, ਇੱਥੇ ਜੋ ਲੈਣ ਦੇਣ ਹੁੰਦਾ ਹੈ ਉਹ ਕਾਹਦਾ ਹੈ? ਸ਼ਬਦ ਵਿਸਾਹੀ ਹੈ। ਵਿਸਾਹ ਦਾ ਮਤਲਬ ਇੱਥੇ ਹੋ ਗਿਆ ਵੀ ਭਾਈ ਆਪਾਂ ਜੋ ਵਪਾਰ ਕਰਦੇ ਹਾਂ ਉਹ ਇੱਥੇ ਸ਼ਬਦ ਦਾ ਮਿਲਦਾ ਹੈ। ਤੁਸੀਂ ਸ਼ਬਦ ਸਿੱਖਣਾ ਹੈ ਇੱਥੋਂ। ਸੌਖੇ ਸੌਖੇ ਸ਼ਬਦਾਂ ਦੇ ਵਿੱਚ ਕਹਿ ਦੇਵਾਂ, ਤੁਸੀਂ ਹੁਣ ਆ ਕੇ ਬੈਠੇ ਜੇ, ਮੈਂ ਆਪਣੀ ਗੱਲ ਵੀ ਵਿੱਚ ਕਰਦਾ ਪਿਆ ਹਾਂ, ਮੈਨੂੰ ਗੁਰਬਾਣੀ ਦੀ ਕਿੰਨੀ ਕੁ ਸਮਝ ਹੈ ਜਾਂ ਮੈਨੂੰ ਕਿੰਨੀਆਂ ਕੁ ਗੱਲਾਂ ਪਤਾ ਲੱਗਦੀਆਂ ਨੇ ਗੁਰੂ ਘਰ ਦੇ ਵਿੱਚ ਆਇਆਂ ਨੂੰ। ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਲੱਗਦੀਆਂ ਨਹੀਂ ਨੇ, ਬਹੁਤ ਜ਼ਿਆਦਾ ਕੁਝ ਪਤਾ ਹੈ, ਬੜੀ ਕਿਰਪਾ ਹੈ ਮਹਾਰਾਜ ਦੀ। ਪਰ ਹੁਣ ਜੇ ਮੈਂ ਸੌਦਾ ਖਰੀਦਦਾ ਪਿਆ ਹਾਂ ਜਾਂ ਮੈਂ ਤੁਹਾਡੇ ਅੱਗੇ ਸੌਦਾ ਰੱਖਦਾ ਪਿਆ ਹਾਂ, ਮੇਰਾ ਕੁਝ ਨਹੀਂ ਹੈ, ਸੌਦਾ ਗੁਰੂ ਦਾ ਹੈ ਤੇ ਗੁਰੂ ਹੀ ਹੈ ਬਸ। ਤੇ ਮਹਾਰਾਜ ਨੇ ਇੱਕ ਜਣਾ ਬੋਲਣ ਦੇ ਤੇ ਲਾ ਦਿੱਤਾ ਤੇ ਇੱਕ ਜਣਾ ਸੁਣਨ ਤੇ ਲਾ ਦਿੱਤਾ ਹੈ, ਇਹਦੇ ਤੋਂ ਵੱਧ ਕੁਝ ਨਹੀਂ ਹੈ ਇਹ। ਪਰ ਮੈਂ ਇਸ ਸੌਦੇ ਦੇ ਵਿੱਚੋਂ ਕੀ ਖੱਟ ਕੇ ਖੜਿਆ ਹੈ? ਅੱਜ ਮੈਂ ਕੀ ਲੈ ਕੇ ਗਿਆ ਹਾਂ ਘਰ ਦੇ ਵਿੱਚ? ਜੇ ਮੈਨੂੰ ਆਪਣੇ ਆਪ ਦੇ ਵਿੱਚ ਸਵਾਲ ਹੋਵੇ ਤੇ ਇੱਥੇ ਤੁਸੀਂ ਸਿੱਖਣੀ ਵੀ ਬਾਣੀ ਹੈ ਤੇ ਮਹਾਰਾਜ ਨੂੰ ਸੁਣਾਉਣੀ ਵੀ ਬਾਣੀ ਹੈ। ਬਸ ਇਹਦੇ ਤੋਂ ਇਲਾਵਾ ਦੂਜੀ ਤੀਜੀ ਹੋਰ ਕੋਈ ਗੱਲ ਹੈ ਹੀ ਨਹੀਂ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਭਾਈ ਬਾਣੀ ਯਾਦ ਕਰਿਆ ਕਰੋ, ਬਾਣੀ ਵੱਧ ਤੋਂ ਵੱਧ ਪੜ੍ਹਿਆ ਕਰੋ। ਮਹਾਰਾਜ ਦੇ ਅੱਗੇ ਹੋਰ ਕੋਈ ਚੀਜ਼ ਨਹੀਂ ਜੇ ਰੱਖੀ ਜਾ ਸਕਦੀ। ਬਾਣੀ ਤੋਂ ਬਿਨਾਂ ਉਹਦੇ ਅੱਗੇ ਹੋਰ ਕੋਈ ਚੀਜ਼ ਹੈ ਹੀ ਨਹੀਂ। ਸਤਿਗੁਰੂ ਦੇ ਬਾਰੇ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ। ਸਿੱਧ ਕਹਿੰਦੇ ਵੀ ਬਾਬਾ ਤੇਰੇ ਕੋਲ ਕਿਹੜੀ ਤਾਕਤ ਹੈ? ਤੇ ਸਤਿਗੁਰੂ ਕਹਿੰਦੇ ਮੇਰੇ ਕੋਲ ਦੋ ਚੀਜ਼ਾਂ ਨੇ, ਇੱਕ ਤੇ ਗੁਰੂ ਦੀ ਸੰਗਤ ਹੈ, ਦੂਜੀ ਬਾਣੀ ਹੈ। ਇਹਦੇ ਤੋਂ ਬਿਨਾਂ ਹੋਰ ਕੁਝ ਹੈ? ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਜਿੰਨਾ ਵੀ ਤੁਸੀਂ ਕੀਰਤਨ ਸੁਣਦੇ ਜੇ, ਇੱਕ ਸ਼ਬਦ ਸੁਣਦੇ ਜੇ, ਦੋ ਸੁਣਦੇ ਜੇ, ਜਿੰਨਾ ਵੀ ਸੁਣਦੇ ਜੇ, ਕਥਾ ਸੁਣਦੇ ਜੇ, ਕੁਝ ਵੀ ਸੁਣਦੇ ਜੇ, ਆਪਣਾ ਨਿਤਨੇਮ ਕਰਦੇ ਜੇ, ਸਹਿਜ ਪਾਠ ਕਰਦੇ ਜੇ, ਕੋਸ਼ਿਸ਼ ਕਰਿਆ ਕਰੋ ਬਾਣੀ ਵੱਧ ਤੋਂ ਵੱਧ ਯਾਦ ਹੋ ਜਾਵੇ ਸਾਨੂੰ। ਜਿੱਦਣ ਇਹ ਯਾਦ ਹੋ ਗਈ, ਕੋਈ ਲੋੜ ਨਹੀਂ ਆ ਬਾਕੀ ਚੀਜ਼ਾਂ ਅੱਗੇ ਰੱਖਣ ਦੀ। ਮੈਂ ਸਵੇਰੇ ਵੀ ਇਸ ਗੱਲ ਨੂੰ ਬੋਲਿਆ ਹੈ ਵੀ ਇੱਥੇ ਸਾਡਾ ਸ਼ਬਦ ਦਾ ਹੀ ਸੌਦਾ ਹੋਣਾ ਹੈ। ਭਗਤ ਪੂਰਨ ਸਿੰਘ ਕਹਿੰਦੇ ਮੇਰੀ ਮਾਤਾ ਅਨਪੜ੍ਹ ਸੀ, ਪੜ੍ਹੀ ਲਿਖੀ ਨਹੀਂ ਸੀ, ਪਰ ਸਾਡੇ ਘਰ ਦੇ ਵਿੱਚ ਇੱਕ ਫੌਜੀ ਆਉਂਦਾ ਹੁੰਦਾ ਸੀ ਤੇ ਉਹ ਮੇਰੀ ਮਾਤਾ ਨੂੰ ਜਪਜੀ ਸਾਹਿਬ ਸੁਣਾ ਕੇ ਜਾਂਦਾ ਹੁੰਦਾ ਸੀ। ਤੇ ਮੇਰੀ ਮਾਤਾ ਨੇ ਜਿੰਨਾ ਜਪਜੀ ਸਾਹਿਬ ਉਹਦੇ ਕੋਲੋਂ ਸੁਣਨਾ, ਉਹਨੂੰ ਸੁਣੇ ਸੁਣੇ ਨੂੰ ਯਾਦ ਕਰਦੀ ਰਹਿੰਦੀ ਹੁੰਦੀ ਸੀ। ਰਿਪੀਟ ਕਰਕੇ ਉਹਨੇ ਜਪਜੀ ਸਾਹਿਬ ਇੱਦਾਂ ਯਾਦ ਕੀਤਾ ਸੀ। ਤਾਂ ਮੈਂ ਸਵੇਰੇ ਗੱਲ ਚੱਲਦੀ ਪਈ ਸੀ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਤਾਂ ਮੈਂ ਇਸ ਕਰਕੇ ਕਿਹਾ ਸੀ ਵੀ ਉਹ ਤੇ ਅਨਪੜ੍ਹ ਰਹਿ ਕੇ, ਅਨਪੜ੍ਹ ਕਹਿਣਾ ਨਹੀਂ ਚਾਹੀਦਾ, ਉਹ ਮਾਂ ਦਾ ਜੀਵਨ ਪੜ੍ਹੋ ਤੇ ਦੁਨੀਆ ਤੋਂ ਵੱਖਰੇ ਤਰੀਕੇ ਦੇ ਨਾਲ ਉਹਨੇ ਆਪਣੇ ਬੱਚੇ ਨੂੰ ਵੱਡਾ ਕੀਤਾ। ਪੜ੍ਹੀ ਲਿਖੀ ਨਹੀਂ ਸੀ, ਉਹ ਪੜ੍ਹੀ ਲਿਖੀ ਨਹੀਂ ਆ, ਉਹਨੇ ਤਾਂ ਜਪਜੀ ਸਾਹਿਬ ਯਾਦ ਕਰ ਲਿਆ। ਇੱਥੇ ਪੜ੍ਹਿਆ ਲਿਖਿਆ ਨੂੰ ਕਹਿ ਦਿਓ ਜਪਜੀ ਸਾਹਿਬ ਪੜ੍ਹ ਲਿਆ ਕਰੋ, ਕਹਿੰਦੇ ਵੀ ਛੱਡੋ ਪਰਾਂ, ਕਿਤਾਬਾਂ ਤੋਂ ਹੀ ਨਹੀਂ ਵੇਲ ਲੱਗਦੀ। ਕੀ ਕਿਸੇ ਨੂੰ ਕਵਾਂਗੇ? ਕਿੰਨਿਆਂ ਕੁ ਪੜ੍ਹਿਆ ਲਿਖਿਆ ਨੂੰ ਜਪਜੀ ਸਾਹਿਬ ਯਾਦ ਹੋ ਗਿਆ? ਭਾਵੇਂ ਸਿੱਖਾਂ ਦੇ ਘਰਾਂ 'ਚ ਹੀ ਜੰਮੇ ਨੇ, ਬਾਕੀ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ। ਬਾਕੀਆਂ ਦੀ ਤੇ ਅਜੇ ਬਾਕੀ ਬਾਣੀ ਦੀ ਤੇ ਗੱਲ ਹੀ ਬਹੁਤ ਦੂਰ ਹੈ। ਇੱਥੇ ਸਾਡੇ ਕੋਲ ਸ਼ਬਦ ਹੀ ਕਮਾਇਆ ਜਾਣਾ ਹੈ। ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਕੀ ਰੱਖ ਲਿਆ ਤੇ ਕੀ ਨਹੀਂ ਰੱਖਿਆ, ਉਹ ਸਾਰੇ ਬੈਲੈਂਸ ਹੋ ਗਏ ਨੇ ਉੱਥੇ ਪਿੱਛੇ। ਉਸ ਲੈਵਲ ਦੇ ਉੱਤੇ ਜਿੱਥੇ ਪੈਸਾ ਆ ਗਿਆ ਹੈ, ਉੱਥੇ ਸਾਰਾ ਕੁਝ ਹੀ ਪਿੱਛੇ ਰਹਿ ਗਿਆ। ਹੁਣ ਇੱਥੇ ਸ਼ਬਦ ਹੀ ਹੈ ਵੀ ਮੈਂ ਸ਼ਬਦ ਰੱਖਣਾ ਹੈ ਤੇ ਵਾਪਸ ਸ਼ਬਦ ਲੈਣਾ ਹੈ। ਸੌਦਾ ਇਕਤ ਹੱਟ ਸ਼ਬਦ ਵਿਸਾਹੀ ਹੈ। ਭਾਈ ਆ ਜਿਹੜੀ ਸੰਗਤ ਹੱਟੀ ਹੈ ਨਾ, ਸੰਗਤ ਇੱਕ ਦੁਕਾਨ ਹੈ। ਤੇ ਜਿੱਦਾਂ ਬਾਹਰਲੀਆਂ ਦੁਕਾਨਾਂ ਤੇ ਲੈਣ ਦੇਣ ਹੁੰਦਾ ਹੈ ਨਾ, ਇੱਦਾਂ ਇਸ ਸੰਗਤ ਦੇ ਵਿੱਚ ਲੈਣ ਦੇਣ ਹੁੰਦਾ ਹੈ। ਇੱਥੇ ਅਸੀਂ ਮਾੜੇ ਗੁਣ ਰੱਖਣੇ ਹੁੰਦੇ ਨੇ, ਚੰਗੇ ਲੈ ਕੇ ਜਾਣੇ ਹੁੰਦੇ ਨੇ। ਪਰ ਉਹ ਕਿੱਦਾਂ ਸਾਡੀ ਗੱਲਬਾਤ ਹੋਵੇ ਦੁਕਾਨਦਾਰ ਦੇ ਨਾਲ, ਕਿੱਦਾਂ ਹੋਵੇ? ਉਹ ਤਾਂ ਹੋ ਸਕਦੀ ਹੈ ਜੇ ਸਾਨੂੰ ਬਾਣੀ ਪਤਾ ਹੈ। ਇੱਥੇ ਕਰੰਸੀ ਸਿਰਫ ਬਾਣੀ ਹੈ, ਇਹਦੇ ਤੋਂ ਉੱਤੇ ਕੁਝ ਵੀ ਨਹੀਂ ਹੈ। ਮੈਂ ਇੱਕ ਗੱਲ ਕਹਿ ਕੇ ਤੇ ਅਗਲੀ ਪੰਕਤੀ ਦੇ ਵਿੱਚ ਆਪ ਜੀ ਦੇ ਨਾਲ ਗੱਲ ਰੱਖਾਂਗਾ। ਬਖਸ਼ ਲਵੇ ਸਤਿਗੁਰੂ। ਮੈਂ ਇਸ ਕਰਕੇ ਕਹਿੰਦਾ ਹਾਂ,
ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਲੰਗਰ ਦੇ ਵਿੱਚ ਜਦੋਂ ਲੰਗਰ ਤਿਆਰ ਹੁੰਦਾ ਹੈ ਇੱਕ ਮਸਰਾਂ ਦੀ ਦਾਲ ਬਣ ਜਾਂਦੀ ਹੈ ਕਿ 4-5 ਨਾਲ ਹੋਰ ਸਬਜ਼ੀਆਂ ਬਣ ਜਾਂਦੀਆਂ ਨੇ। ਇਹ ਸਿਰਫ ਲੋਕ ਲਾਜ ਹੈ, ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਜਿੰਨੇ ਜਿੰਨੇ ਮਹਿੰਗੇ ਲੰਗਰ ਅਸੀਂ ਇੱਥੇ ਕਰ ਲਏ ਨੇ, ਤੁਸੀਂ ਪੰਜਾਬ ਦੇ ਵੱਲ ਜਾਓ ਅਜੇ ਬਹੁਤ ਸਸਤੇ ਲੰਗਰ ਨੇ, ਬਹੁਤ ਟਰਡੀਸ਼ਨ ਦੇ ਵਿੱਚ ਬਹੁਤ ਕੁਝ ਸਸਤਾ ਹੈ। ਔਰ ਇੱਕ ਲੰਗਰ ਦੇ ਬਦਲੇ ਹਰ ਇੱਕ ਚੀਜ਼ ਦਾ ਪਲੱਸ ਪੁਆਇੰਟ ਵੀ ਹੁੰਦਾ ਅਤੇ ਮਾਈਨਸ ਪੁਆਇੰਟ ਵੀ ਹੁੰਦਾ ਹੈ। ਇਸ ਕਰਕੇ ਮੈਂ ਉਹਨਾਂ ਚੀਜ਼ਾਂ ਨੂੰ ਵੀ ਵੇਖਦਾ ਹੁੰਦਾ ਵੀ 300 ਜਾਣੇ ਦੇ ਲੰਗਰ ਦੇ ਬਦਲੇ ਆ ਜਿਹੜਾ ਖਾਸ ਕਰਕੇ ਡਿਸਪੋਜ਼ੇਬਲ ਜਦੋਂ ਯੂਜ਼ ਕੀਤਾ ਜਾਂਦਾ ਹੈ ਅਤੇ ਅਸੀਂ ਉੱਧਰ ਵੇਖਦੇ ਹੁੰਦੇ ਹਾਂ 2-2 ਜਿਹੜੀਆਂ ਵੱਡੀਆਂ ਟਰਾਲੀਆਂ ਨੇ ਉਹ ਡਿਸਪੋਜ਼ੇਬਲ ਦੀਆਂ ਭਰ ਜਾਂਦੀਆਂ ਨੇ। ਕਿਹੜੇ ਰੱਬ ਨੂੰ ਖੁਸ਼ ਕਰਦੇ ਪਏ ਨੇ ਲੋਕ? ਕਾਰਨ ਕੀ ਹੈ ਕਿ ਹੱਥ 'ਤੇ ਰੋਟੀ ਖਾਣੀ ਨਹੀਂ ਆਉਂਦੀ, ਅਸੀਂ ਮਾਡਰਨ ਇੰਨੇ ਹੋ ਗਏ। ਮੈਂ ਨਹੀਂ ਕਹਿੰਦਾ ਗੁਰਦੁਆਰੇ ਵਿੱਚ ਸਟੀਲ ਦੀਆਂ ਥਾਲੀਆਂ ਨੇ, ਵਰਤੀਆਂ ਜਾਣ, ਪਤਾ ਵੀ ਦੁਬਾਰਾ ਵਰਤੀਆਂ ਜਾ ਸਕਦੀਆਂ ਨੇ, ਪਰ ਕਿੰਨੀ ਵੇਸਟੇਜ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਔਰ ਸਿਰਫ ਇਸ ਕਰਕੇ ਉਹ ਵੀ ਚੀਜ਼ ਨਾਲ ਆਹ ਵੀ ਚੀਜ਼ ਕਰ ਦਿਓ, ਉਹ ਵੀ ਚੀਜ਼ ਕਰ ਦਿਓ। ਇੱਥੇ ਇਹਨਾਂ ਚੀਜ਼ਾਂ ਦਾ ਸੌਦਾ ਹੀ ਨਹੀਂ ਹੈ। ਕੋਈ ਭੁੱਖਾ ਆਇਆ ਹੈ ਰੋਟੀ ਖਾ ਲਵੇ, ਜੇ ਰੱਜਿਆ ਹੈ ਨਹੀਂ ਵੀ ਜੀ ਕਰਦਾ ਲੰਗਰ ਛਕਣ ਨੂੰ ਤਾਂ ਕੋਈ ਮਜਬੂਰੀ ਥੋੜ੍ਹਾ ਹੈ। ਬਰਾਬਰੀ ਦਾ ਸਿਧਾਂਤ ਉਹਨੂੰ ਪਤਾ ਹੈ ਅਤੇ ਗੱਲ ਖਤਮ ਹੋ ਗਈ। ਪੈਸਾ ਸਾਰਾ ਇੱਕ ਵਾਰ ਪਿੱਛੇ ਰਹਿ ਗਿਆ, ਹੁਣ ਮਟੀਰੀਅਲ ਪਿੱਛੇ ਰਹਿ ਗਿਆ। ਕੌਣ ਕਿਹੋ ਜਿਹੇ ਕੱਪੜੇ ਪਾ ਕੇ ਬੈਠਾ ਹੈ, ਕੌਣ ਮਹਿੰਗੇ ਪਾ ਕੇ ਬੈਠਾ ਹੈ, ਸਸਤੇ ਪਾ ਕੇ ਬੈਠਾ ਹੈ, ਕਿਹੜਾ ਗੱਡੀ ਦੇ ਉੱਤੇ ਆਇਆ, ਕਿਹੜਾ ਪੈਦਲ ਆਇਆ, ਇਹ ਸਾਰੀਆਂ ਚੀਜ਼ਾਂ ਸੈਕੰਡਰੀ ਨੇ। ਕਿਹਨੂੰ ਸ਼ਬਦ ਪਤਾ ਕਿੰਨਾ ਜ਼ਿਆਦਾ ਹੈ, ਇਹ ਪ੍ਰਾਇਮਰੀ ਹੈ। ਬਸ ਆਹ ਗੱਲ ਮੇਨ ਹੈ। ਇੱਥੇ ਜਦੋਂ ਵੀ ਸੌਦਾ ਹੋਵੇਗਾ ਸ਼ਬਦ ਦੇ ਨਾਲ ਹੀ ਸੌਦਾ ਹੋਵੇਗਾ ਵੀ ਸਾਨੂੰ ਬਾਣੀ ਕਿੰਨੀ ਪਤਾ ਹੈ ਅਤੇ ਬਾਣੀ ਦੇ ਨਾਲ ਅਸੀਂ ਉਸ ਮਾਲਕ ਦੇ ਨਾਲ ਗੱਲ ਕਿੰਨੀ ਕਰ ਸਕਦੇ ਹਾਂ। ਗੁਰੂ ਨਾਨਕ ਇਸ ਘਰ ਦਾ, ਇਸ ਦੁਕਾਨ ਦਾ ਮਾਲਕ ਹੈ ਅਤੇ ਇਸ ਕਰਕੇ ਉਸ ਦੁਕਾਨ ਦੇ ਨਾਲ ਸਾਡਾ ਕਿੰਨਾ ਸੰਬੰਧ ਜੁੜਦਾ ਹੈ, ਉਹ ਤਾਂ ਹੀ ਜੁੜੇਗਾ ਜੇ ਸਾਡੇ ਕੋਲ ਬਾਣੀ ਹੋਵੇਗੀ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਸੌਦਾ ਇਕਤ ਹੱਟ। ਭਾਈ ਆਹ ਜਿਹੜੀ ਸੰਗਤ ਹੈ ਨਾ, ਇਹ ਇੱਕੋ ਇੱਕ ਇੱਦਾਂ ਦੀ ਦੁਕਾਨ ਹੈ ਜਿਹਦੇ ਵਿੱਚ ਸ਼ਬਦ ਦਾ ਸੌਦਾ ਹੁੰਦਾ ਹੈ, ਜਿਹਦੇ ਵਿੱਚ ਸ਼ਬਦ ਦੇ ਨਾਲ ਗੱਲਬਾਤ ਹੁੰਦੀ ਹੈ। ਸੋ ਬਾਣੀ ਵੱਧ ਤੋਂ ਵੱਧ ਪੜ੍ਹੀਏ, ਯਾਦ ਕਰੀਏ ਅਤੇ ਸਮਝੀਏ। ਫਿਰ ਇਸ ਦੁਕਾਨ ਦੇ ਉੱਤੇ ਇਸ ਸੌਦਾ ਕਰਨ ਦਾ ਸਾਨੂੰ ਕੀ ਫਾਇਦਾ ਹੋਇਆ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਬਾਹਰ ਦੇ ਦੁਕਾਨਦਾਰਾਂ ਦੇ ਹਾਲ ਅਸੀਂ ਜਦੋਂ ਵੇਖਦੇ ਹਾਂ, ਇਹ ਇੰਨੀ ਕਿ ਕਰਪਸ਼ਨ ਤੇ ਅਸੀਂ ਅੱਜ ਵੀ ਵੇਖਦੇ ਪਏ ਹਾਂ, ਅਤੇ ਮਹਾਰਾਜ ਨੇ ਤਾਂ ਖੁਦ ਵੀ ਨੌਕਰੀ ਕੀਤੀ ਸੀ। ਇਹਦੇ ਵੱਟੇ ਦੇ ਵਿੱਚ ਜਿਹੜਾ ਸਾਧ ਸੰਗਤ ਦਾ ਵੱਟਾ ਹੁੰਦਾ ਜਿਹਦੇ ਨਾਲ ਚੀਜ਼ਾਂ ਤੋਲੀਆਂ ਜਾਂਦੀਆਂ ਨੇ, ਅੱਜ ਤੇ ਉਹ ਕੰਡੇ ਖਤਮ ਹੋ ਗਏ ਨਾ, ਜਿਹਦੇ ਇੱਕ ਪਾਸੇ ਵੱਟਾ ਰੱਖ ਲਿਆ ਜਾਂਦਾ ਤੱਕੜੀ ਵਾਲਾ ਸਿਸਟਮ, ਤੇ ਇੱਕ ਪਾਸੇ ਚੀਜ਼ ਰੱਖ ਦਿੱਤੀ ਜਾਂਦੀ। ਅੱਜ ਕੱਲ੍ਹ ਤੇ ਇਲੈਕਟ੍ਰੋਨਿਕ ਜਿਹੜੇ ਕੰਡੇ ਆ ਗਏ ਨੇ ਵੀ ਉਹਦੇ ਵਿੱਚ ਸਿੱਧਾ ਹੀ ਵੇਟ ਪਤਾ ਲੱਗ ਜਾਂਦਾ। ਉਹ ਹੁੰਦਾ ਵੀ ਤੁਸੀਂ ਵੇਖੋ ਕਈਆਂ ਦੇ ਅਸੀਂ ਸੁਣੇ ਜੀ, ਉਹਨਾਂ ਨੇ ਵੱਟੇ ਦੇ ਉੱਤੇ ਜਿਹੜੀ ਸਟੈਂਪ ਲੱਗੀ ਹੈ ਉਹ ਸਟੈਂਪ 'ਤੇ ਲੱਗੀ ਹੈ ਵੀ ਇਹ ਜੀ 1 ਕਿਲੋ ਦਾ ਵੱਟਾ ਹੈ, ਪਰ ਜਦੋਂ ਤੋਲਿਆ ਗਿਆ ਤੇ ਉਹ ਕਿੰਨੇ ਦਾ ਨਿਕਲਿਆ ਜੀ? 800 ਗ੍ਰਾਮ ਦਾ, 900 ਗ੍ਰਾਮ ਦਾ, 950 ਗ੍ਰਾਮ ਦਾ। ਮਤਲਬ ਹਰ ਕਿਲੋ ਦੇ ਤੋਲ ਦੇ ਪਿੱਛੇ ਕੀ ਕਰ ਦਿੱਤਾ? 50 ਗ੍ਰਾਮ ਦਾ ਲੋਕਾਂ ਨੂੰ ਕਸਾਰਾ ਲਾ ਦਿੱਤਾ, ਲੁੱਟ ਲਿਆ। ਹਰ ਕਿਲੋ ਦੇ ਪਿੱਛੇ 50 ਗ੍ਰਾਮ। ਕਿੰਨਿਆਂ ਦੇ ਨਾਲ ਇੱਦਾਂ ਹੋਇਆ? ਇਹ ਤਾਂ ਸਿਰਫ ਤੋਲਣ ਵਾਲਿਆਂ ਦੀ ਗੱਲ ਹੋ ਗਈ ਨਾ, ਵੀ ਇਮਾਨਦਾਰੀ ਦੇ ਵੱਟੇ ਨਹੀਂ। ਹੁਣ ਤਾਂ ਚਲੋ ਸਟੈਂਪ ਆ ਗਈਆਂ ਵੀ ਉੱਤੇ ਪਤਾ ਲੱਗ ਜਾਂਦਾ ਵੀ ਜੇ ਬੰਦੇ ਦੇ ਕੋਲ ਸਟੈਂਪ ਤੋਂ ਬਾਵਜੂਦ ਵੀ ਉਹ ਵੱਟਾ ਘਟਦਾ ਤੇ ਕੇਸ ਹੋ ਜਾਂਦਾ ਹੈ। ਪਰ ਜਦੋਂ ਪਹਿਲਾਂ ਤੋਲ ਹੁੰਦੇ ਸੀ, ਆਪ ਜੀ ਨੇ ਸ਼ਾਇਦ ਕਿਤੇ ਵੇਖੇ ਹੋਣਗੇ, ਉਹ ਪੱਥਰਾਂ ਦੇ ਵੱਟੇ ਹੋਣੇ ਵੀ ਪੱਥਰ ਹੀ ਰੱਖ ਦੇਣਾ ਵੀ ਹਾਂਜੀ ਜੀ ਇੰਨੇ ਤੋਲ ਦਾ ਪੱਥਰ ਹੈ, ਅਤੇ ਪੱਥਰ 'ਤੇ ਕਿਹੜੀ ਸਟੈਂਪ ਲਾ ਦੋਗੇ? ਤੁਸੀਂ ਸ਼ਾਇਦ ਸੁਲਤਾਨਪੁਰ ਲੋਧੀ ਗਏ ਹੋਵੋਗੇ ਅਤੇ ਮਹਾਰਾਜ ਜੀ ਦੀ ਯਾਦ ਦੇ ਵਿੱਚ ਜਿਹੜੇ ਉਹਨਾਂ ਨੇ ਵੱਟੇ ਰੱਖੇ ਹੋਏ ਨੇ, ਵੇਖੋ ਉਹਨਾਂ ਤੋਂ ਪਤਾ ਲੱਗ ਜਾਵੇ ਕਿਹਨਾਂ ਚੀਜ਼ਾਂ ਨੂੰ ਕਿੱਦਾਂ ਤੋਲਿਆ ਜਾਂਦਾ ਸੀ। ਔਰ ਫਿਰ ਤੋਲ ਦਾ ਭਾਰ ਵੀ ਹੋਰ ਤਰੀਕੇ ਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਭਾਈ ਬਾਹਰ ਦੀਆਂ ਦੁਕਾਨਾਂ ਦੇ ਉੱਤੇ ਹੋ ਸਕਦਾ ਹੈ ਵੀ ਜਿਹੜਾ ਤੋਲਣ ਵਾਲਾ ਹੈ ਤੁਹਾਡੇ ਨਾਲ ਬੇਈਮਾਨੀ ਕਰ ਜਾਵੇ, ਔਰ ਕਰਦੇ ਨੇ ਲੋਕ, ਕੋਈ ਸ਼ੱਕ ਨਹੀਂ ਹੈ। ਇਹ ਜਿਹੜੀ ਸੰਗਤ ਹੈ ਨਾ, ਇੱਥੇ ਕਿਸੇ ਨਾਲ ਬੇਈਮਾਨੀ ਨਹੀਂ ਹੋਵੇਗੀ। ਹੁਣ ਇੱਥੇ ਸ਼ਬਦ ਸੁਣਾਇਆ ਜਾ ਰਿਹਾ ਹੈ, ਮੈਂ ਫਿਰ ਕਹਿ ਦੇਵਾਂ, ਇਸ ਬਾਰੇ ਮਹਾਰਾਜ ਨੇ ਮੇਰੀ ਸੇਵਾ ਲਾਈ ਹੋਈ ਹੈ ਵੀ ਤੂੰ ਸੁਣਾ, ਅਤੇ ਤੁਸੀਂ ਸੁਣਦੇ ਪਏ ਜੀ। ਇੱਕ ਸਮਾਂ ਹੁੰਦਾ ਹੈ ਮੈਂ ਇੱਥੇ ਬੈਠ ਕੇ ਸੁਣਦਾ ਵੀ ਪਿਆ ਹੁੰਦਾ, ਔਰ ਮੈਂ ਸੁਣਾ ਰਿਹਾ ਹਾਂ, ਪਰ ਮੈਂ ਆਪ ਖੁਦ ਸੁਣਦਾ ਪਿਆ ਅਤੇ ਤੁਹਾਨੂੰ ਸੁਣਾ ਰਿਹਾ, ਨਹੀਂ ਤੇ ਮੈਂ ਸੁਣਾ ਵੀ ਨਹੀਂ ਸਕਦਾ। ਇੱਥੇ ਹੁਣ ਕੀ ਆ ਵੀ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ ਵੀ ਉਹਨੂੰ ਵੱਧ ਤੋਲ ਕੇ ਦੇ ਦੇਣਾ ਅਤੇ ਇਹਨੂੰ ਘੱਟ ਤੋਲ ਕੇ ਦੇ ਦੇਣਾ। ਜਿਹੜਾ ਇੱਦਾਂ ਕਰਦਾ ਹੈ ਉਹਨੂੰ ਸੰਗਤ ਦੇ ਨਿਯਮਾਂ ਦਾ ਨਹੀਂ ਪਤਾ। ਜਿਹਨੂੰ ਇੰਝ ਲੱਗਦਾ ਵੀ ਮੈਂ ਉਹਦਾ ਖਾਸ ਸੋਚਾਂ ਅਤੇ ਉਹਦਾ ਘੱਟ ਸੋਚਣਾ ਹੈ, ਉਹਨੂੰ ਸੰਗਤ ਦੇ ਨਿਯਮ ਨਹੀਂ ਪਤਾ ਅਜੇ ਵੀ ਸੰਗਤ ਦੇ ਵਿੱਚ ਕਰਨਾ ਕਿੱਦਾਂ। ਔਰ ਬਖਸ਼ ਲਵੇ ਸਤਿਗੁਰੂ, ਜਿਹੜੇ ਲਗਾਤਾਰ ਇਹ ਕੰਮ ਕਰਦੇ ਨੇ ਵੀ ਜਿਨ੍ਹਾਂ ਨੂੰ ਆਪਣੇ ਜ਼ਿਆਦਾ ਨਜ਼ਰ ਆਉਂਦੇ ਨੇ ਅਤੇ ਦੂਜੇ ਘੱਟ ਨਜ਼ਰ ਆਉਂਦੇ ਨੇ, ਜਾਂ ਆਪਣਾ ਆਪ ਜ਼ਿਆਦਾ ਨਜ਼ਰ ਆਉਂਦਾ ਅਤੇ ਦੂਜਿਆਂ ਦਾ ਘੱਟ ਨਜ਼ਰ ਆਉਂਦਾ ਹੈ, ਲੈਣੇ ਦੇ ਦੇਣੇ ਪੈ ਜਾਂਦੇ ਨੇ ਸੰਗਤ ਦੇ ਵਿੱਚ। ਔਰ ਇਹ ਕੋਈ ਇਸ ਕਰਕੇ ਨਹੀਂ ਕਹਿ ਰਿਹਾ ਵੀ ਮੈਂ ਡਰਾ ਰਿਹਾ ਹਾਂ, ਨਹੀਂ। ਜਿਨ੍ਹਾਂ ਨੂੰ ਇਮਾਨਦਾਰੀ ਨਹੀਂ ਕਰਨੀ ਆਉਂਦੀ, ਮਹਾਰਾਜ ਨੌਕਰੀ ਤੋਂ ਹਟਾ ਦਿੰਦਾ ਵੀ ਤੁਹਾਡੇ ਵੱਸ ਦੀ ਗੱਲ ਨਹੀਂ ਹੈਗੀ, ਚਲੋ। ਕਿਉਂਕਿ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਮੈਂ ਪਰੇ ਹੋਵਾਂਗਾ ਅਤੇ ਹੋਰ ਵੀ ਆ ਕੇ ਬੈਠ ਜਾਣਗੇ। ਇਹ ਕੋਈ ਕਿਸੇ ਦਾ ਇੱਦਾਂ ਦਾ ਖੂਨ ਦਾ ਰਿਸ਼ਤਾ ਤਾਂ ਹੈ ਹੀ ਨਹੀਂ ਵੀ ਮੇਰੇ ਬਾਪੂ ਦੀ ਦੁਕਾਨ 'ਤੇ ਗਾਂ ਪੁੱਤ ਨਹੀਂ ਬੈਠਣਾ।
ਮਹਾਰਾਜ ਆਪਣੇ ਪੁੱਤਰਾਂ ਨੂੰ ਹਟਾ ਕੇ ਤੇ ਗੁਰੂ ਅੰਗਦ ਸਾਹਿਬ ਨੂੰ ਬਿਠਾ ਦਿੰਦੇ ਨੇ। ਇਹ ਪਹਿਲੇ ਸ਼ੁਰੂ ਤੋਂ ਹੀ ਨਿਯਮ ਚੱਲਦੇ ਪਏ ਨੇ। ਮੈਂ ਇਮਾਨਦਾਰ ਨਹੀਂ ਹੋਵਾਂਗਾ, ਆਪਣੇ ਆਪ ਹੀ ਮੇਰੀ ਥਾਂ ਦੇ ਉੱਤੇ ਕੋਈ ਆ ਕੇ ਬੈਠ ਜਾਵੇਗਾ। ਉਹ ਇਮਾਨਦਾਰ ਨਹੀਂ ਹੋਵੇਗਾ, ਉਹਦੀ ਥਾਂ 'ਤੇ ਕੋਈ ਬੈਠ ਜਾਵੇਗਾ। ਇਹ ਖੇਡ ਚੱਲਦੀ ਰਹਿੰਦੀ ਹੈ। ਇਸ ਸੰਗਤ ਦੇ ਵਿੱਚ ਜਦੋਂ ਤੋਲਿਆ ਜਾਂਦਾ ਹੈ ਨਾ, ਜਦੋਂ ਮਤਲਬ ਲੋਕਾਂ ਨੂੰ ਦੱਸਿਆ ਜਾਂਦਾ ਹੈ, ਕਿਸੇ ਗੱਲ ਨੂੰ ਬੋਲਿਆ ਜਾਂਦਾ ਹੈ, ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਇਹਦੇ ਵਿੱਚ ਕਦੀ ਘਾਟਾ ਨਹੀਂ ਪੈਂਦਾ। ਕਹਿਣ ਦਾ ਭਾਵ ਇੱਥੇ ਬੇਈਮਾਨੀ ਨਹੀਂ ਕੀਤੀ ਜਾਂਦੀ, ਪੂਰਾ ਪੂਰੇ ਵੱਟ। ਇੱਥੇ ਵੱਟਾ ਪੂਰਾ ਹੈ, ਮਤਲਬ ਤੋਲ ਪੂਰਾ ਹੈ। ਇੱਥੇ ਬੇਈਮਾਨੀ ਨਹੀਂ ਵੀ ਕੌਣ ਬ੍ਰਾਹਮਣ ਹੈ ਤੇ ਕੌਣ ਸ਼ੂਦਰ ਹੈ। ਉਪਦੇਸ਼ ਚਹੁੰ ਵਰਨਾ ਕੋ ਸਾਂਝਾ ਹੈ। ਇੱਥੇ ਪੂਰੇ ਪੂਰਾ ਵੱਟ ਭਾਈ, ਇੱਥੇ ਵੱਟਾ ਪੂਰਾ ਹੈ ਕਿ ਆਖ ਸਲਾਹੀ ਹੈ। ਕੀ ਕਹਿ ਕੇ ਸਲਾਹੀਏ, ਮਤਲਬ ਇੰਨੀ ਕਮਾਲ ਦੀ ਗੱਲ ਹੈ ਵੀ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ। ਫਿਰ ਨਾਲ ਕੀ ਕਿਹਾ ਮਹਾਰਾਜ ਜੀ ਨੇ, ਕਦੇ ਨਾ ਹੋਵੇ ਘੱਟ, ਸੱਚੀ ਪਾਤਸ਼ਾਹੀ ਹੈ। ਇਸ ਸੰਗਤ ਦੇ ਵਿੱਚ ਜਿਹੜੀ ਪਾਤਸ਼ਾਹੀ ਮਿਲਦੀ ਹੈ, ਜਿਹੜੀ ਮਾਲਕੀ ਸਾਨੂੰ ਮਿਲਦੀ ਹੈ, ਮਾਲਕੀ ਮਿਲਣ ਦਾ ਭਾਵ ਸਤਿਗੁਰੂ ਕਹਿੰਦੇ ਪਵੋ ਚਰਣਾ ਤਲ ਉੱਪਰ ਆਵੋ। ਜਦੋਂ ਤੁਸੀਂ ਨੀਵੇਂ ਹੋਈ ਜਾਵੋਗੇ ਤੇ ਇਸ ਸੰਗਤ ਦੇ ਵਿੱਚ ਕੁਝ ਮਿਲ ਜਾਵੇਗਾ। ਉਹਨੂੰ ਗੁਰਬਾਣੀ ਨੇ ਕਿਹਾ ਹੈ ਪਾਤਸ਼ਾਹੀ ਮਿਲ ਜਾਣੀ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਜਿੰਨਾ ਨੀਵਾਂ ਹੋਈ ਗਿਆ ਓਨਾ ਹੀ ਇੱਥੇ ਘਰ ਦੇ ਵਿੱਚ ਕੁਝ ਨਾ ਕੁਝ ਮਿਲੀ ਗਿਆ। ਪਰ ਹੋਇਆ ਕੀ, ਭਾਈ ਗੁਰਦਾਸ ਸਾਹਿਬ ਕਹਿੰਦੇ ਇਸ ਸੰਗਤ ਦੇ ਵਿੱਚ ਕਦੀ ਵੀ ਘਾਟਾ ਨਹੀਂ ਪੈਂਦਾ। ਮੈਂ ਇਹ ਆਪ ਜੀ ਦੇ ਅੱਗੇ ਰੱਖ ਦੇਵਾਂ। ਜੇਕਰ ਅਸੀਂ ਗੁਰੂ ਨਾਨਕ ਦੇ ਸ਼ਬਦ ਨੂੰ ਕਮਾਉਣ ਲੱਗ ਪਏ ਹਾਂ, ਸਮਝਣ ਲੱਗ ਪਏ ਹਾਂ ਵੀ ਸ਼ਬਦ ਕਹਿ ਕੀ ਰਿਹਾ ਹੈ, ਤੁਸੀਂ 3-4 ਸਾਲਾਂ ਬਾਅਦ ਆਪਣੀ ਜ਼ਿੰਦਗੀ ਨੂੰ ਜਦੋਂ ਸੋਚ ਕੇ ਵੇਖੋਗੇ ਵੀ ਭਾਈ ਜਦੋਂ ਮੈਂ ਗੁਰਦੁਆਰੇ ਗਿਆ, ਮੈਂ ਉੱਥੇ ਆਹ ਗੱਲਾਂ ਸਿੱਖੀਆਂ ਨੇ ਤੇ ਆਹ ਗੱਲਾਂ ਮੇਰੀ ਜ਼ਿੰਦਗੀ 'ਚ ਆ ਗਈਆਂ ਨੇ। ਜਿੱਥੋਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਜੇ ਮੈਨੂੰ ਪਤਾ ਹੈ ਵੀ ਮੈਂ ਇਸ ਘਰ ਦੇ ਵਿੱਚ ਕਰਨ ਕੀ ਆਇਆ ਹਾਂ, ਤੇ ਜੇ ਮੈਨੂੰ ਸੌਦਾ ਖਰੀਦਣਾ ਆ ਗਿਆ ਹੈ ਇੱਥੇ, 3-4 ਸਾਲਾਂ ਦੇ ਬਾਅਦ ਮੈਂ ਇਹ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ, ਇੰਨਾ ਕੁ ਤੇ ਅਹਿਸਾਸ ਜ਼ਰੂਰ ਹੋਵੇਗਾ ਵੀ ਭਾਈ ਜਿਹੜੇ ਕੰਮ 'ਚ ਲੱਗੇ ਹਾਂ ਬੁਰਾ ਕੰਮ ਨਹੀਂ ਹੈ ਇਹ। ਇੰਨਾ ਕੁ ਤੇ ਮਾਣ ਹੋ ਜਾਵੇਗਾ ਵੀ ਨਹੀਂ ਠੀਕ ਲੱਗੇ ਪਏ ਹਾਂ। ਮੈਂ ਇਹ ਨਹੀਂ ਕਹਾਂਗਾ ਵੀ ਬਹੁਤ ਕੁਝ ਮਿਲ ਜਾਵੇਗਾ, ਪਰ ਮੈਂ ਇੰਨਾ ਜ਼ਰੂਰ ਕਹਾਂਗਾ ਵੀ ਇਹ ਨਹੀਂ ਲੱਗੇਗਾ ਵੀ ਰਸਤਾ ਗਲਤ ਹੋ ਗਿਆ, ਮੈਂ ਤੇ ਗਲਤੀਆਂ ਕਰ ਲਈਆਂ 3 ਸਾਲ ਆ ਕੇ। ਜੇ ਮੈਨੂੰ ਪਤਾ ਵੀ ਮੈਂ ਸੰਗਤ ਦੇ ਵਿੱਚ ਕਰਨ ਕੀ ਆਇਆ। ਭਾਈ ਗੁਰਦਾਸ ਸਾਹਿਬ ਸੰਗਤ ਦਾ ਮਤਲਬ ਸਿਰਫ ਇਹ ਨਹੀਂ ਵੀ 4-5 ਬੰਦੇ ਬੈਠੇ ਨੇ ਤੇ ਗੱਲ ਖਤਮ ਹੋ ਗਈ। ਸੰਗਤ ਦਾ ਮਤਲਬ ਹੈ ਇੱਕ ਦੈਵੀ ਗੁਣ ਜਿਹੜੇ ਇਕੱਠੇ ਹੋਏ ਨੇ। ਇੱਥੇ ਜਿੱਦਾਂ ਰੱਬਤਾ ਦੀ ਗੱਲ ਹੋ ਰਹੀ ਹੈ, ਸਮਝ ਲਓ ਵੀ ਰੂਹਾਨੀਅਤ ਦੀ ਗੱਲ ਹੋ ਰਹੀ ਹੈ। ਇੱਕ ਮਾਹੌਲ ਹੈ ਸੰਗਤ ਦਾ। ਨਹੀਂ ਤੇ ਅਸੀਂ ਜਿਹੜੇ 40-50 ਬੈਠੇ ਹਾਂ, ਇਹੋ ਹੀ ਜਾ ਕੇ ਕਿਤੇ ਬਾਹਰ ਜਾ ਕੇ ਪੈਲੇਸ 'ਚ ਬੈਠੇ ਹੋਣ ਤੇ ਇੱਦਾਂ ਬੈਠੇ ਹੁੰਦੇ ਨੇ, ਫਿਰ ਕਦੀ ਨਹੀਂ ਬੈਠੇ ਹੁੰਦੇ। ਗੱਲ ਮਾਹੌਲ ਦੀ ਹੈ ਵੀ ਇੱਥੇ ਕਦੀ ਘਾਟਾ ਨਹੀਂ ਹੁੰਦਾ। ਸੰਗਤ ਦੇ ਵਿੱਚ ਆਵਾਂਗੇ ਨਾ ਤੇ ਤੁਸੀਂ ਸਮਾਂ ਦੇ ਰਹੇ ਜੇ ਇਮਾਨਦਾਰੀ ਦੇ ਨਾਲ, ਡਰ ਕੇ ਕਹਿ ਰਹੇ ਹਾਂ ਰੱਬ ਤੋਂ, ਜੇ ਇਮਾਨਦਾਰੀ ਦੇ ਨਾਲ ਇੱਥੇ ਸਮਾਂ ਦੇਵਾਂਗੇ ਨਾ ਤੇ ਮਾਲਕ ਜ਼ਿੰਦਗੀ 'ਚ ਕਦੀ ਘਾਟਾ ਨਹੀਂ ਪੈਣ ਦੇਵੇਗਾ, ਕਦੀ ਨਹੀਂ ਘਾਟਾ ਪੈਣ ਦੇਵੇਗਾ। ਚਲੋ ਇੱਦਾਂ ਸਮਝ ਲਈਏ, ਕਿਉਂਕਿ ਸਾਨੂੰ ਕਈਆਂ ਦੇ ਵੱਲ ਵੇਖ ਕੇ ਲੱਗਦਾ ਨਾ ਵੀ ਇਹ ਬੰਦੇ ਗੁਰਦੁਆਰੇ ਆਏ, ਇਹਨਾਂ ਦਾ ਤੇ ਕੁਝ ਬਣਿਆ ਹੀ ਨਹੀਂ। ਬਣਨਾ ਕੀ ਸੀ? ਬੰਦਿਆਂ ਨੂੰ ਵਪਾਰ ਕਰਨ ਦੀ ਜਾਚ ਵੀ ਨਹੀਂ ਸੀ, ਸ਼ਬਦ ਵੀ ਨਹੀਂ ਬੋਲਣਾ ਆਉਂਦਾ, ਸ਼ਬਦ ਯਾਦ ਹੋਣ ਦੇ ਬਾਵਜੂਦ ਵੀ ਨਹੀਂ ਬੋਲਣਾ ਆਉਂਦਾ। ਪਤਾ ਹੀ ਨਹੀਂ ਵੀ ਕਰਨ ਕੀ ਆਏ ਦੁਕਾਨ ਦੇ ਵਿੱਚ, ਪਤਾ ਨਹੀਂ ਸੰਗਤ ਦੇ ਵਿੱਚ ਕਰਨ ਕੀ ਆਏ। ਉੱਥੇ ਕਿਸੇ ਦਾ ਕੀ ਕਸੂਰ ਹੈ? ਇੱਕ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ, ਮੈਂ ਜਿਹੜੀ ਗੱਲ ਕੀਤੀ ਹੈ ਵੀ ਕਦੀ ਨਾ ਇਸ ਗੱਲ ਨੂੰ ਸਮਝਿਓ ਵੀ ਤੁਹਾਨੂੰ ਇਸ ਘਰ ਦੇ ਵਿੱਚ ਘਾਟਾ ਪਵੇਗਾ। ਕਦੀ ਨਹੀਂ ਘਾਟਾ ਪੈਂਦਾ। ਤੁਹਾਡੇ ਮਨ ਕਰਕੇ ਮੈਂ ਜਿੱਦਾਂ ਕੱਲ੍ਹ ਬੇਨਤੀ ਕੀਤੀ ਸੀ ਵੀ ਕੁਝ ਨਾ ਕੁਝ ਤੇ ਗੱਲ ਲੈ ਕੇ ਜਾਵੋਗੇ ਤੇ ਪਤਾ ਨਹੀਂ ਉਹ ਕਦੋਂ ਤੁਹਾਡੇ ਜ਼ਿੰਦਗੀ ਦੇ ਵਿੱਚ ਕੰਮ ਆ ਜਾਵੇ। ਇੱਕ ਗੱਲ ਆਉਂਦੀ ਹੈ ਜਿਹਨੂੰ ਅਸੀਂ ਇੱਦਾਂ ਪੜ੍ਹਦੇ ਹੁੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਮੋਦੀਖਾਨੇ ਦੀ ਕਿਰਤ ਕੀਤੀ। ਦੌਲਤ ਖਾਂ ਲੋਧੀ ਮਹਾਰਾਜ ਜੀ ਦੇ ਮੋਦੀਖਾਨੇ ਦੇ ਵਿੱਚ ਮਹਾਰਾਜ ਜੀ ਨੇ ਨੌਕਰੀ ਕੀਤੀ, ਨਵਾਬ ਦੌਲਤ ਖਾਂ ਲੋਧੀ ਦੇ। ਹੁਣ ਬੇਈਮਾਨੀ ਉਸ ਕੰਮ ਦੇ ਵਿੱਚ ਇੰਨੀ ਜ਼ਿਆਦਾ ਸੀ ਵੀ ਮਹਾਰਾਜ ਜੀ ਨੇ ਜਦੋਂ ਉਸ ਕੰਮ ਨੂੰ ਠੀਕ ਕੀਤਾ ਨਾ ਜਾ ਕੇ, ਕਿ ਇਮਾਨਦਾਰੀ ਦੇ ਨਾਲ ਕੰਮ ਕੀਤਾ, ਜਿਹਦਾ ਜਿੰਨਾ ਹਿੱਸਾ ਬਣਦਾ ਸੀ ਉਹਨੂੰ ਇੰਨਾ ਹਿੱਸਾ ਭੇਜਿਆ, ਤੇ ਅਕਸਰ ਜਿਹੜਾ ਉਹ ਠੁੰਗਾ ਮਾਰਿਆ ਜਾਂਦਾ ਸੀ, ਅਮਾਨਤ ਦੇ ਵਿੱਚ ਖਿਆਨਤ ਕੀਤੀ ਜਾਂਦੀ ਸੀ। ਜਦੋਂ ਉਹ ਸਹੀ ਹੋ ਗਈ ਤੇ ਬਚਣਾ ਜ਼ਿਆਦਾ ਸ਼ੁਰੂ ਹੋ ਗਿਆ। ਹੁਣ ਜਿਹੜਾ ਨੌਕਰ ਹੈ ਉਹ ਮਾਲਕ ਦੇ ਪੱਲੇ ਹੀ ਨਹੀਂ ਕੁਝ ਪੈਣ ਦਿੰਦਾ, ਤੇ ਮਾਲਕ ਨੂੰ ਤੇ ਇਹੋ ਲੱਗਣਾ ਵੀ ਵਪਾਰੀ ਘਾਟੇ ਦਾ ਹੈ। ਤੇ ਉਸੇ ਥਾਂ ਦੇ ਉੱਤੇ ਇੱਕ ਚੰਗਾ ਆ ਗਿਆ ਤੇ ਉਹਨੇ ਕੀ ਕਰ ਦਿੱਤਾ, ਉਹਨੇ ਬਚਾ ਕੇ ਦੱਸ ਦਿੱਤਾ ਵੀ ਇੰਨਾ ਕੁਝ ਬਚਦਾ। ਜੇ ਅਸੀਂ ਕਿਸੇ ਦੀ ਨੌਕਰੀ ਕਰਦੇ ਹਾਂ ਤਾਂ ਫਿਰ ਇੱਦਾਂ ਕਰਨੀ ਚਾਹੀਦੀ ਹੈ ਵੀ ਭਾਈ ਮੈਂ ਇੰਨੀ ਇਮਾਨਦਾਰੀ ਨਾਲ ਕੰਮ ਕਰਾਂਗਾ ਵੀ ਮੇਰੇ ਕੰਮ ਦੇ ਵਿੱਚ ਤੂੰ ਮੇਰੇ ਸਾਹਮਣੇ ਹੋਵੇਂ ਜਾਂ ਨਾ ਹੋਵੇਂ, ਇਹਨਾਂ ਗੱਲਾਂ ਦੇ ਨਾਲ ਮਤਲਬ ਨਹੀਂ ਹੈ।
ਮੈਂ ਇਦਾਂ ਕੰਮ ਕਰਾਂਗਾ ਜਿੱਦਾਂ ਮੈਂ ਆਪਣਾ ਸਮਝ ਕੇ ਕਰਦਾ ਪਿਆ ਹਾਂ। ਪਰ ਉਹਦੇ ਬਦਲੇ ਦੇ ਵਿੱਚ ਮਾਲਕ ਨੂੰ ਵੀ ਯਕੀਨ ਹੋਣਾ ਚਾਹੀਦਾ ਹੈ। ਚਲੋ ਉਹ ਵੱਖਰਾ ਪਾਸਾ ਹੈ। ਮਹਾਰਾਜ ਜੀ ਨੇ ਇੰਨਾ ਜਦੋਂ ਹਿਸਾਬ ਕਿਤਾਬ ਸਹੀ ਕੀਤਾ, ਸਾਰਾ ਕੁਝ, ਨੌਕਰੀ ਛੋਟੀ ਨਹੀਂ ਸੀ, ਮਹਾਰਾਜ ਦੀ ਬੜੀ ਵੱਡੀ ਜ਼ਿੰਮੇਵਾਰੀ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਅਕਸਰ ਸ਼ਿਕਾਇਤਾਂ ਹੋ ਜਾਂਦੀਆਂ ਹੁੰਦੀਆਂ ਸੀ। ਤੁਸੀਂ ਸੁਣਿਆ ਹੋਵੇਗਾ ਸਾਰਿਆਂ ਨੇ ਇਸ ਸਾਖੀ ਨੂੰ। ਤੇ ਜਿੰਨੀ ਵਾਰ ਵੀ ਮਹਾਰਾਜ ਦਾ ਹਿਸਾਬ ਕਿਤਾਬ ਹੋਣਾ ਤੇ ਮਹਾਰਾਜ ਦੇ ਪੈਸੇ ਫੇਰ ਵੱਧ ਜਾਣੇ। ਇਹ ਕਿਉਂ ਹੋ ਜਾਂਦਾ ਸੀ? ਇਹ ਕੋਈ ਖੇਡ ਸੀ ਵੀ ਮਹਾਰਾਜ ਜੀ ਦੇ ਪੈਸੇ ਵੱਧ ਜਾਂਦੇ ਨੇ? ਅਸਲ ਦੇ ਵਿੱਚ ਗੱਲ ਸਿਰਫ ਇੰਨੀ ਕੁ ਹੈ ਵੀ ਮਹਾਰਾਜ ਜੀ ਨੇ ਕਦੀ ਨਾ ਤੇ ਬੇਈਮਾਨੀ ਕੀਤੀ ਸੀ ਤੇ ਨਾ ਕਦੀ ਕਿਸੇ ਦਾ ਹੱਕ ਰੱਖਿਆ ਸੀ। ਜੇ ਸਤਿਗੁਰੂ ਦੇ ਬਾਰੇ ਅਸੀਂ ਇਹ ਕਹਿੰਦੇ ਹਾਂ ਵੀ ਮਹਾਰਾਜ ਜੀ ਨੇ ਲੁਟਾ ਦਿੱਤਾ, ਉੱਥੇ ਲੁਟਾਉਣ ਦਾ ਮਤਲਬ ਇਹ ਨਹੀਂ ਵੀ ਮਹਾਰਾਜ ਨੇ ਦੌਲਤ ਖਾਨ ਲੋਧੀ ਨੂੰ ਘਾਟਾ ਪਾ ਦਿੱਤਾ, ਤੇ ਫਿਰ ਉਹ ਨੌਕਰੀ ਇਮਾਨਦਾਰੀ ਦੀ ਕਾਹਦੀ ਹੋਈ? ਦੌਲਤ ਖਾਨ ਖੁਦ ਕਹਿੰਦਾ ਵੀ ਮੈਨੂੰ ਇਹੋ ਜਿਹਾ ਬੰਦਾ ਨਹੀਂ ਮਿਲਣਾ, ਮੈਨੂੰ ਇਹੋ ਜਿਹਾ ਮੋਦੀ ਨਹੀਂ ਮਿਲਣਾ ਜਿਹੜਾ ਦੁਬਾਰਾ ਮੇਰੇ ਕੋਲ ਆ ਕੇ ਇੰਨੀ ਇਮਾਨਦਾਰੀ ਨਾਲ ਕੰਮ ਕਰੇ। ਜਦੋਂ ਹਿਸਾਬ ਕਿਤਾਬ ਸਾਰਾ ਕੁਝ ਸਹੀ ਹੋ ਜਾਂਦਾ ਹੈ, ਅਕਸਰ ਬਚਦਾ ਪਿਆ ਹੈ। ਤੇ ਮਹਾਰਾਜ ਜੀ ਨੂੰ ਤਾਂ ਆਪਣਾ ਵੀ ਤਨਖਾਹ ਦੇ ਰੂਪ ਦੇ ਵਿੱਚ ਉੱਥੇ ਮਿਲਦਾ ਹੁੰਦਾ ਸੀ, ਜਿਹਨੂੰ ਰਜ਼ੀਨਾ ਕਿਹਾ ਜਾਂਦਾ ਸੀ। ਜਦੋਂ ਕਿਸੇ ਨੂੰ ਘੱਟ ਤੋਲ ਕੇ ਦੇ ਦੇਣਾ ਤੇ ਉਹਨਾਂ ਦੇ ਆਪੇ ਹੀ ਹਾਏ ਹਾਏ ਕਰਨੀ ਹੈ। ਜਦੋਂ ਸਾਰਿਆਂ ਨੂੰ ਬਰਾਬਰ ਮਿਲਣ ਲੱਗ ਪਿਆ ਤੇ ਆਪਣੇ ਆਪ ਹੀ ਬੱਲੇ ਹੋ ਗਈ ਸਾਰੇ ਪਾਸੇ। ਤੇ ਮਹਾਰਾਜ ਜੀ ਦੀ ਸ਼ਿਕਾਇਤ ਉਹਨਾਂ ਨੇ ਕਰਨੀ ਸੀ ਜਿਨ੍ਹਾਂ ਨੇ ਇਸ ਗੱਲ ਤੋਂ ਔਖੇ ਹੋਣਾ ਸੀ ਵੀ ਹੁਣ ਸਾਨੂੰ ਕੁਝ ਬਣਦਾ ਨਹੀਂ, ਇੱਥੇ ਸਾਡਾ ਦਾ ਨਹੀਂ ਲੱਗਦਾ। ਉਹਨਾਂ ਨੇ ਔਖੇ ਹੋ ਜਾਣਾ ਵੀ ਪਹਿਲਾਂ ਇੰਨਾ ਕੁਝ ਅਨਾਜ ਲੁੱਟ ਕੇ ਲੈ ਜਾਂਦੇ ਸੀ, ਹੁਣ ਇਹ ਬੰਦੇ ਆ ਗਏ ਨੇ, ਇਹਨਾਂ ਕਰਕੇ ਲੁੱਟਿਆ ਨਹੀਂ ਜਾਂਦਾ। ਤੁਸੀਂ ਵੇਖ ਲਓ, ਕਰਪਟ ਸਿਸਟਮ ਦੇ ਵਿੱਚ ਇੱਕ ਬੰਦਾ ਚੰਗਾ ਚਲਾ ਜਾਵੇ, ਜਾਂ ਤਾਂ 2-3 ਸਾਲਾਂ ਬਾਅਦ ਕਰਪਟ ਹੋ ਜਾਵੇਗਾ ਤੇ ਜਾਂ ਫਿਰ ਉਹ ਛੱਡ ਦੇਵੇਗਾ ਸਾਰਾ ਕੁਝ ਵੀ ਮੈਂ ਨਹੀਂ ਜੀ ਸਕਦਾ। ਸਾਡੇ ਦੇਸ਼ ਦੇ ਵਿੱਚ ਇੱਦਾਂ ਕਹਿ ਲਈਏ ਵੀ 8-10 ਸਾਲ ਮਿਹਨਤ ਕਰ ਕਰਕੇ ਲੋਕੀ IPS ਬਣਦੇ ਨੇ। ਕਿੰਨੀ ਔਖੀ ਨੌਕਰੀ ਹੈ। ਕਿੱਥੇ ਬੰਦਾ 8-8 ਘੰਟੇ 10-10 12-12 ਘੰਟੇ ਸਾਰਾ ਕੁਝ ਛੱਡ ਕੇ ਤੇ ਬੰਦਾ ਪੜ੍ਹਾਈ ਦੇ ਨਾਲ ਲੱਗਾ ਰਹਿੰਦਾ। ਜਦੋਂ ਨੌਕਰੀ ਕਰਦੇ ਨੇ ਪ੍ਰੈਸ਼ਰ ਇੰਨਾ ਪਾਇਆ ਜਾਂਦਾ ਵੀ ਬਹੁਤੇ ਨੌਕਰੀਆਂ ਛੱਡ ਜਾਂਦੇ ਨੇ ਵੀ ਸਾਡੇ ਵੱਸ ਦੀ ਗੱਲ ਨਹੀਂ। ਕੀ ਕਰੋਗੇ? ਇੰਨਾ ਸਿਸਟਮ ਕਰਪਟ ਹੋ ਗਿਆ। ਤੇ ਇਹ ਕੋਈ ਨਵੀਂ ਖੇਡ ਨਹੀਂ ਹੈ। ਇਮਾਨਦਾਰ ਬੰਦਾ ਜਾਵੇਗਾ, ਉਹਨੂੰ ਦੋਵਾਂ ਦੇ ਨਾਲ ਹੀ ਲੜਨਾ ਪਵੇਗਾ। ਜਿਹੜਾ ਆਪਣਾ ਸਿਸਟਮ ਕਰਪਟ ਹੈ ਉਹਦੇ ਨਾਲ ਵੀ, ਤੇ ਉਹਨੇ ਅੱਗੇ ਵੀ ਆਪਣੀ ਇਮਾਨਦਾਰੀ ਨੂੰ ਬਚਾ ਕੇ ਰੱਖਣਾ ਵੀ ਮੈਂ ਕਿੱਦਾਂ ਜੀਣਾ ਹੈ। ਚਲੋ ਨੌਕਰੀਆਂ ਕਰਦੇ ਹਾਂ ਤੇ ਇੱਦਾਂ ਵੀ ਬਣਾ ਕੇ ਰੱਖੀਏ, ਮਹਾਰਾਜ ਬਖਸ਼ ਲਵੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਰੁੱਧ ਸ਼ਿਕਾਇਤ ਹੋ ਗਈ ਤੇ ਕਹਿੰਦੇ ਵੀ ਸ਼ਿਕਾਇਤ ਵੀ ਐਰਕੀ ਛੋਟੀ ਨਹੀਂ ਸੀ ਹੋਈ। ਪਹਿਲਾਂ ਵੀ ਤੇ ਸ਼ਿਕਾਇਤਾਂ ਹੋਈਆਂ ਸੀ ਪਰ ਐਰਕੀ ਛੋਟੀ ਸ਼ਿਕਾਇਤ ਨਹੀਂ ਸੀ ਹੋਈ। ਤੇ ਆਪ ਜੀ ਨੇ ਫਿਰ, ਕਿਉਂਕਿ ਅੱਜ ਸੁਲਤਾਨਪੁਰ ਲੋਧੀ ਦਾ ਜ਼ਿਕਰ ਚਲੋ ਕਾਫੀ ਵਾਰ ਆ ਗਿਆ, ਕਿ ਉੱਥੇ ਮਹਾਰਾਜ ਜੀ ਨੂੰ ਨਾ 3 ਦਿਨ ਉਹਨਾਂ ਨੇ ਇੱਕ ਕੈਦ ਦੇ ਵਿੱਚ ਵੀ ਰੱਖ ਲਿਆ। ਮਤਲਬ ਹਿਸਾਬ ਕਿਤਾਬ ਹੋ ਗਿਆ ਤੇ ਫਿਰ ਤੁਹਾਨੂੰ ਕਿਸੇ ਪਾਸੇ ਜਾਣ ਦੇਣਾ। ਉਹਨੂੰ ਲੱਗਦਾ ਸੀ ਵੀ ਇਹਨਾਂ ਲੁਟਾਈ ਜਾਂਦਾ, ਇਹਨੇ ਤਾਂ ਸਾਰੇ ਘਾਟੇ ਪਾ ਦੇਣੇ ਨੇ। ਤੇ ਹੋਇਆ ਕਿ 3 ਦਿਨ ਹਿਸਾਬ ਚੱਲਿਆ ਮਹਾਰਾਜ ਜੀ ਦਾ। 3 ਦਿਨ ਜਾਦੋ ਰਾਏ ਮੁਨਸ਼ੀ ਸੀ ਜਿਹਨੇ ਹਿਸਾਬ ਕੀਤਾ। ਤੇ ਜਿੱਦਣ ਹਿਸਾਬ ਚੁਕਤਾ ਹੁੰਦਾ, ਖਤਮ ਹੋ ਜਾਂਦਾ, ਸਾਰਾ ਕੁਝ ਟੋਟਲ ਕਰਕੇ ਵੇਖਿਆ ਜਾਂਦਾ, ਤੇ ਉਸ ਵੇਲੇ ਦੇ ਹਿਸਾਬ ਦੇ ਨਾਲ 321 ਰੁਪਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਧ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦਾ ਹਿਸਾਬ ਵੱਧ ਗਿਆ। ਇਹ ਕਿਉਂ ਵੱਧ ਗਿਆ? ਇਹ ਸਿਰਫ ਇਸ ਕਰਕੇ ਵੱਧ ਗਿਆ ਵੀ ਇੱਕ ਤੇ ਫਕੀਰਾਂ ਨੂੰ ਕਦੀ ਘਾਟਾ ਨਹੀਂ ਹੁੰਦਾ, ਕਿਸੇ ਵੀ ਚੀਜ਼ ਦੇ ਵਿੱਚ ਘਾਟਾ ਨਹੀਂ ਹੁੰਦਾ। ਤੇ ਦੂਸਰੇ ਨੰਬਰ ਦੇ ਉੱਤੇ ਮਹਾਰਾਜ ਨੇ ਬੇਈਮਾਨੀ ਨਾ ਤੇ ਕੀਤੀ ਹੈ ਤੇ ਨਾ ਕਿਸੇ ਨੂੰ ਕਰਨੀ ਸਿਖਾਈ ਹੈ। ਜਿਨ੍ਹਾਂ ਦੀ ਨੌਕਰੀ ਕੀਤੀ ਉਹਨਾਂ ਦੇ ਨਾਲ ਵੀ ਬੇਈਮਾਨੀ ਨਹੀਂ, ਤੇ ਜਿਨ੍ਹਾਂ ਨੂੰ ਵੰਡਿਆ ਹੈ ਮਹਾਰਾਜ ਨੇ ਉਹਨਾਂ ਦੇ ਨਾਲ ਵੀ ਬੇਈਮਾਨੀ ਨਹੀਂ ਕੀਤੀ। ਤੇ ਇਸ ਕਰਕੇ ਮਹਾਰਾਜ ਜੀ ਨੂੰ ਕਦੀ ਘਾਟਾ ਨਹੀਂ ਸੀ। ਸੰਗਤ ਦੇ ਵਿੱਚ ਅਸੀਂ ਜਦੋਂ ਆ ਕੇ ਬੈਠਦੇ ਹਾਂ ਨਾ, ਤੇ ਮਹਾਰਾਜ ਬਖਸ਼ ਲਵੇ, ਕਦੀ ਘਾਟਾ ਨਹੀਂ ਪਵੇਗਾ। ਇਸ ਚੀਜ਼ ਨੂੰ ਸੋਚ ਕੇ ਚੱਲਿਓ, ਮਤਾਂ ਕਿਤੇ ਸੋਚਿਓ ਵੀ ਪਤਾ ਨਹੀਂ ਕੀ ਬਣਨਾ ਹੈ। ਇੱਥੇ ਕੁਝ ਨਾ ਕੁਝ ਇੱਦਾਂ ਦਾ ਸਿੱਖਣ ਨੂੰ ਮਿਲੇਗਾ, ਜ਼ਿੰਦਗੀ ਚੜ੍ਹਦੀ ਕਲਾ ਦੇ ਵਿੱਚ ਹੀ ਜਾਵੇਗੀ। ਔਰ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਸਾਨੂੰ ਲੱਗੇ ਵੀ ਸਾਨੂੰ ਕੁਝ ਮਿਲਣਾ ਕਿ ਨਹੀਂ ਮਿਲਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਕਦੇ ਨਾ ਹੋਵੇ ਘੱਟ। ਇੱਥੇ ਉਹ ਪਾਤਸ਼ਾਹੀ ਮਿਲ ਜਾਵੇਗੀ ਸਾਨੂੰ ਜਿੱਦਾਂ ਰਾਜੇ ਮਹਾਰਾਜਿਆਂ ਦੇ ਕੋਲ ਸਕੂਨ ਹੁੰਦਾ ਨਾ, ਉਹਦੇ ਨਾਲੋਂ ਜ਼ਿਆਦਾ ਸਕੂਨ ਸਾਨੂੰ ਇਸ ਸੰਗਤ ਦੇ ਵਿੱਚੋਂ ਮਿਲ ਸਕਦਾ ਹੈ। ਫਿਰ ਨਾਲ ਉਹਨਾਂ ਨੇ ਗੱਲ ਕੀਤੀ, ਪੂਰੇ ਸਤਿਗੁਰ ਖੱਟ ਅਖੁੱਟ ਸਮਾਹੀ ਹੈ। ਭਾਈ ਹੁਣ ਇਸ ਖੱਟੀ ਨੂੰ ਖੱਟਣਾ ਕਿੱਥੇ ਹੈ? ਇਸ ਵਪਾਰ ਨੂੰ ਕਰਨਾ ਕਿੱਥੇ ਹੈ? ਗੁਰੂ ਦੇ ਨਾਲ ਮਿਲ ਕੇ ਵਪਾਰ ਕਰੋ। ਮੈਂ ਸ਼ਬਦ ਵਾਰ-ਵਾਰ ਵਰਤਦਾ ਪਿਆ ਹਾਂ। ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਉਹ ਸ਼ਬਦ ਬੜੇ ਨੀਵੇਂ ਲੈਵਲ ਦਾ ਹੈ ਵੀ ਅਸੀਂ ਗੁਰੂ ਨੂੰ ਕਹਿ ਦਈਏ ਵੀ ਗੁਰੂ ਦੁਕਾਨਦਾਰ ਹੈ। ਦੁਕਾਨਦਾਰ ਗੁਰੂ ਨਹੀਂ ਹੈ, ਪਰ ਗੁਰੂ ਦੁਕਾਨਦਾਰ ਹੈ, ਬਸ ਇੰਨਾ ਕੁ ਫਰਕ ਹੈ। ਜਿੱਦਾਂ ਉਹ ਵਪਾਰ ਕਰਨ ਦੀ ਜਾਚ ਦੱਸਦਾ ਹੈ ਨਾ, ਇੱਦਾਂ ਅਸੀਂ ਦੁਕਾਨ ਵਾਲੇ ਦੇ ਨਾਲ ਜਾ ਕੇ ਗੱਲ ਕਰਦੇ ਹਾਂ। ਇੱਥੇ ਅਸੀਂ ਗੁਰੂ ਦੇ ਨਾਲ ਗੱਲ ਕਰਨੀ ਹੈ। ਠੀਕ ਹੈ, ਅਸੀਂ ਸੁਣਦੇ ਪਏ ਹਾਂ, ਮੰਨ ਲਓ ਤੁਸੀਂ ਮੈਨੂੰ ਸੁਣ ਲਿਆ ਜਾਂ ਕੀਰਤਨ ਸੁਣ ਲਿਆ, ਕੀਰਤਨੀਏ ਕੀਰਤਨ ਕਰਦੇ ਪਏ ਸੀ। ਇਹ ਸਾਰਾ ਇੱਕ ਰਸਤਾ ਹੈ ਵੀ ਇਸ ਰਸਤੇ ਤੋਂ ਤੁਸੀਂ ਉੱਥੇ ਪਹੁੰਚ ਜਾਓ। ਜਿਹੜੇ ਸਿੱਧੇ ਉੱਥੇ ਪਹੁੰਚ ਜਾਂਦੇ ਨੇ, ਬਖਸ਼ਿਸ਼ ਹੈ, ਮਹਾਰਾਜ ਬਖਸ਼ ਲਵੇ। ਗੱਲ ਤੇ ਉੱਥੇ ਆ ਵੀ ਉੱਥੇ ਆਪਾਂ ਕਿੱਦਾਂ ਪਹੁੰਚਣਾ ਹੈ। ਤੁਸੀਂ ਗੱਲ ਉਹਦੇ ਨਾਲ ਹੀ ਜਾ ਕੇ ਕਰਨੀ ਹੈ।
ਇਸ ਕਰਕੇ ਕਹਿੰਦੇ ਨੇ ਭਾਈ ਪੂਰੇ ਸਤਿਗੁਰ ਖੱਟ, ਪੂਰੇ ਸਤਿਗੁਰੂ ਦੇ ਨਾਲ ਮਿਲ ਕੇ ਤੇ ਖੱਟੀ ਖੱਟੋ, ਗੁਰੂ ਦੀ ਬਾਣੀ ਨੂੰ ਪੜ੍ਹਿਆ ਕਰੋ। ਵਾਰ-ਵਾਰ ਇਹ ਗੱਲ ਆ ਰਹੀ ਹੈ। ਇੱਥੇ ਕੋਈ ਪੈਸਾ ਨਹੀਂ ਜੇ ਕੰਮ ਆਉਣਾ ਸੰਗਤ ਦੇ ਵਿੱਚ, ਇੱਥੇ ਕੋਈ ਗੱਪਾਂ ਨਹੀਂ ਜੇ ਕੰਮ ਆਉਣੀਆਂ, ਤੇ ਨਾ ਹੀ ਇੱਥੇ ਅਕਲ ਦੀਆਂ ਗੱਲਾਂ ਕੰਮ ਆਉਣੀਆਂ ਨੇ ਵੀ ਮੈਨੂੰ ਕਿੰਨੀਆਂ ਗੱਲਾਂ ਦਾ ਪਤਾ। ਇੱਥੇ ਸਿਰਫ ਇੱਕੋ ਚੀਜ਼ ਕੰਮ ਆਉਣੀ ਹੈ ਵੀ ਮੇਰੀ ਸਤਿਗੁਰੂ ਦੇ ਨਾਲ ਸਾਂਝ ਕਿੰਨੀ ਕੁ ਹੈ, ਮੈਨੂੰ ਗੁਰੂ ਨਾਨਕ ਪਿਆਰਾ ਕਿੰਨਾ ਕੁ ਲੱਗਦਾ ਹੈ, ਮੇਰੀ ਉਹਦੇ ਨਾਲ ਨੇੜਤਾ ਕਿੰਨੀ ਕੁ ਹੈ। ਜਿੰਨੀ ਨੇੜੇ ਹੋਵਾਂਗਾ ਉਨੀ ਗੱਲ ਸੌਖੀ ਹੋਵੇਗੀ। ਅਖੁੱਟ ਸਮਾਹੀ ਹੈ। ਅਖੁੱਟ ਦਾ ਮਤਲਬ ਹੈ ਜਿਹੜਾ ਕਦੀ ਖੁੱਟਦਾ ਨਹੀਂ ਹੈ, ਖਤਮ ਨਹੀਂ ਹੁੰਦਾ। ਉਸ ਖਜ਼ਾਨੇ ਦੇ ਵਿੱਚ ਤੇ ਉਸ ਆਨੰਦ ਦੇ ਵਿੱਚ ਚਲੇ ਜਾਈਏ, ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਸਮਝ ਕੇ। ਜਿੱਥੇ ਕਦੀ ਸਾਨੂੰ ਚਿੰਤਾ ਤੇ ਜਿੱਥੇ ਕਦੀ ਸਾਨੂੰ ਟੈਨਸ਼ਨ ਝੋਰਾ ਇਹ ਆਵੇ ਹੀ ਨਾ ਜ਼ਿੰਦਗੀ ਦੇ ਵਿੱਚ, ਪਰ ਇਹ ਖੱਟੀ ਕਿੱਥੇ ਖੱਟਾਂਗੇ। ਖੱਟੀ ਖੱਟਣ ਦਾ ਮਤਲਬ ਸਮਝਦੇ ਜੇ ਨਾ, ਉਹ ਮੁਹਾਵਰੇ ਦੇ ਵਿੱਚੋਂ ਖਤਮ ਹੋ ਗਿਆ ਹੈ ਲਫ਼ਜ਼। ਖੱਟੀ ਖੱਟਣ ਦਾ ਮਤਲਬ ਲਾਭ ਲੈਣਾ, ਫਾਇਦਾ ਲੈਣਾ। ਇੱਥੇ ਫਾਇਦਾ ਤਾਂ ਲਵਾਂਗੇ ਜੇ ਗੁਰੂ ਨਾਲ ਮਿਲ ਕੇ ਵਪਾਰ ਕਰਾਂਗੇ। ਤੇ ਫਿਰ ਨਾਲ ਕੀ ਕਿਹਾ, ਸਾਧ ਸੰਗਤ ਪ੍ਰਗਟ ਸਦਾ ਨਿਭਾਹੀ ਹੈ। ਨਿਭਾਉਣ ਦਾ ਮਤਲਬ ਹੁੰਦਾ ਹੈ ਜਿੱਦਾਂ ਅਸੀਂ ਕਿਸੇ ਨਾਲ ਆਪਣਾ ਰਿਲੇਸ਼ਨ ਜੋੜ ਲਿਆ ਤੇ ਰਿਲੇਸ਼ਨ ਦੇ ਵਿੱਚ ਇੱਕ ਕਸਮ ਖਾ ਲਈ। ਆਪਾਂ ਕਸਮ ਲਫ਼ਜ਼ ਇੱਦਾਂ ਕਹਿ ਰਹੇ ਹਾਂ ਵੀ ਆਪਾਂ ਅਹਿਦ ਲੈ ਲਿਆ ਵੀ ਭਾਈ ਮੈਂ ਇਹਦੇ ਨਾਲ ਨਿਭਾਂਗਾ। ਇੱਦਾਂ ਸਮਝ ਲਓ ਵੀ ਸਾਧ ਸੰਗਤ ਪ੍ਰਗਟ, ਆ ਜਿਹੜੀ ਸਾਧ ਸੰਗਤ ਹੈ ਨਾ, ਇਹ ਪ੍ਰਗਟ ਹੈ, ਪ੍ਰਤੱਖ ਹੈ, ਸਾਡੇ ਸਾਹਮਣੇ ਨਜ਼ਰ ਆ ਰਹੀ ਹੈ। ਸਦਾ ਨਿਭਾਹੀ ਹੈ, ਸਦਾ ਮੈਂ ਇਸ ਸੰਗਤ ਦਾ ਨੇਮ ਨਿਭਾਉਣਾ ਹੈ। ਮੈਂ ਬੇਨਤੀ ਕਰ ਦੇਵਾਂ, ਤੁਹਾਡੇ ਵਿੱਚੋਂ ਲਗਭਗ ਸਾਰੇ ਉਹ ਬੈਠੇ ਨੇ ਜਿਹੜੇ ਰੋਜ਼ ਦੀ ਸੰਗਤ ਕਰਨ ਵਾਲੇ ਨੇ। ਸਦਾ ਨਿਭਾਹੀ ਦਾ ਮਤਲਬ ਵੀ ਕੀ ਹੈ ਵੀ ਮੈਂ ਸੰਗਤ ਦੇ ਵਿੱਚ ਆਉਣਾ ਹੈ। ਠੀਕ ਹੈ, ਕਿਸੇ ਵੇਲੇ ਸਰੀਰ ਸਾਥ ਨਾ ਦੇਵੇ ਤੇ ਆਪਾਂ ਨਹੀਂ ਆਉਂਦੇ, ਕਿਸੇ ਵੇਲੇ ਕਿਤੇ ਦੂਰ ਕੰਮ ਦੇ ਵਿੱਚ ਜਾਣਾ ਪੈ ਗਿਆ, ਕੋਈ ਦਿੱਕਤ ਨਹੀਂ ਹੈ, ਪਰ ਇੱਕ ਨੇਮ ਤੇ ਹੈ ਨਾ ਵੀ ਭਾਈ ਆਉਣਾ ਹੈ। ਵੇਖੋ ਤੁਸੀਂ ਉਹਨਾਂ ਦਿਨਾਂ ਦੇ ਵਿੱਚੋਂ ਮੈਂ ਨਿਕਲ ਕੇ ਆਏ, ਲਗਭਗ ਪਿਛਲੇ ਸਾਲ 3 ਮਹੀਨੇ ਗੁਰਦੁਆਰਾ ਬੰਦ ਰਿਹਾ, ਉਹ ਵੀ ਤਾਂ ਦੇਣੀ ਸੀ। ਹੁਣ ਫਿਰ ਪਿੱਛੇ ਜੇ ਕਿੰਨਾ ਸਮਾਂ ਬੰਦ ਰਿਹਾ ਗੁਰਦੁਆਰਾ, ਪਰ ਫਿਰ ਸਾਰਾ ਕੁਝ ਸਹੀ ਹੋ ਗਿਆ। ਕਿਉਂ? ਕਿਉਂਕਿ ਨੇਮ ਬਣ ਗਿਆ ਵੀ ਆਉਣਾ ਹੈ ਅਸੀਂ। ਨਹੀਂ ਤਾਂ ਬਾਕੀ ਵੇਖ ਲਓ, ਕਈ ਮੈਂ ਇੱਦਾਂ ਦੇ ਵੀ, ਮਹਾਰਾਜ ਬਖਸ਼ ਲਵੇ, ਅਸੀਂ ਕਿਸੇ ਨੂੰ ਕੀ ਕਹਿਣਾ ਹੈ, ਬਸ ਸਿਸਟਮ ਸੀ ਉਹ ਖਤਮ ਹੋ ਗਿਆ ਤੇ ਅਜੇ ਤੱਕ ਹੀ ਨਹੀਂ ਸੈੱਟ ਆ ਰਿਹਾ ਉਹਨਾਂ ਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਜੇ ਸ਼ਬਦ ਸਿੱਖਣਾ ਹੈ ਨਾ, ਇੱਕ ਨੇਮ ਬਣਾ ਲਓ ਵੀ ਮੈਂ ਸੰਗਤ ਨਹੀਂ ਛੱਡਣੀ, ਸੰਗਤ ਕਰਨੀ ਹੀ ਕਰਨੀ ਹੈ। 2 ਵੇਲੇ ਹੋ ਜਾਵੇ ਤੇ 2 ਵੇਲੇ ਬੈਟਰ ਹੈ। ਤੁਹਾਡੇ ਵਿੱਚੋਂ ਉਹ ਵੀ ਬੈਠੇ ਨੇ ਜਿਹੜੇ 2 ਵੇਲੇ ਗੁਰੂ ਘਰ ਆਉਂਦੇ ਨੇ। ਮੇਰੇ ਲਈ ਨਹੀਂ, ਮੈਂ ਕਹਾਂ ਵੀ ਮੈਂ ਤਾਰੀਫ ਕਰਦਾ ਪਿਆ ਹਾਂ, ਤੁਹਾਨੂੰ ਵੀ ਤਾਂ ਪਤਾ ਵੀ ਤੁਹਾਡਾ ਗੁਰੂ ਨਾਨਕ ਸਾਹਿਬ ਦੇ ਨਾਲ ਕਿੰਨਾ ਕੁ ਸੰਬੰਧ ਹੈ। 2 ਵੇਲੇ ਤੁਸੀਂ ਆਉਣ ਵੇਲੇ, ਤੁਹਾਡੇ ਵਿੱਚੋਂ 1 ਵੇਲੇ ਵੀ ਆਉਣ ਵਾਲੇ। ਗੱਲ ਸਿਰਫ ਇੰਨੀ ਹੈ ਵੀ ਨੇਮ ਦੇ ਵਿੱਚ ਰੱਖਣਾ ਵੀ ਗੁਰਦੁਆਰਾ ਨਹੀਂ ਛੁੱਟੇਗਾ ਮੇਰੇ ਹੱਥ ਦੇ ਵਿੱਚੋਂ, ਵੀ ਇੱਥੇ ਜਾਣਾ ਹੀ ਜਾਣਾ ਹੈ। ਤੇ ਮਹਾਰਾਜ ਇੰਨੀ ਕਿਰਪਾ ਕਰੀ, ਇੱਕ ਮੇਰੇ ਕੋਲੋਂ ਗੁਰਦੁਆਰਾ ਨਾ ਛੁੱਟੇ ਤੇ ਇੱਕ ਮੇਰੇ ਕੋਲੋਂ ਨਿਤਨੇਮ ਨਾ ਛੁੱਟੇ। ਇਹ 2 ਚੀਜ਼ਾਂ ਨਹੀਂ ਮੇਰੇ ਹੱਥੋਂ ਛੁੱਟਣੀਆਂ ਚਾਹੀਦੀਆਂ। ਇਹ ਸਦਾ ਨੇਮ ਮੇਰਾ ਬਣਿਆ ਰਹੇ ਔਰ ਇਹਦੀ ਅਰਦਾਸ ਵੀ ਕਰਨੀ ਚਾਹੀਦੀ ਹੈ। ਮੈਂ ਫਿਰ ਵਾਰ-ਵਾਰ ਇਸ ਗੱਲ ਨੂੰ ਬੇਨਤੀ ਕਰਦਾ ਹੁੰਦਾ, ਕਿਉਂਕਿ ਮੈਂ ਕੱਲ੍ਹ ਵੀ ਬੋਲਿਆ ਸੀ, ਬੜੇ ਬੰਦੇ ਅੰਮ੍ਰਿਤਧਾਰੀ ਹੋ ਜਾਂਦੇ ਨੇ, ਨਿਤਨੇਮ ਨਹੀਂ ਜੇ ਕਰਦੇ, ਔਰ ਉਹਨਾਂ ਨੂੰ ਇੰਝ ਲੱਗਦਾ ਵੀ ਇਹ ਤੇ ਐਵੇਂ ਕਹਿਣ ਦੀਆਂ ਗੱਲਾਂ ਨੇ, ਔਰ ਜੇ ਆ ਕੇ ਬੈਠ ਵੀ ਜਾਣਾ ਹੈ ਤੇ ਉਸ ਤਰੀਕੇ ਨਾਲ ਨਹੀਂ ਬੈਠਣਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਪ੍ਰਗਟ, ਰੱਬ ਇੱਥੇ ਪ੍ਰਗਟ ਹੈ, ਇੱਥੇ ਗੁਰੂ ਪ੍ਰਗਟ ਹੈ, ਸੌਦਾ ਉਹਦੇ ਨਾਲ ਕਰਦੇ ਪਏ ਹਾਂ। ਤੇ ਭਾਈ ਇਸ ਕਰਕੇ ਇਸ ਨੇਮ ਤੋਂ ਕਦੀ ਖੁੰਝਾਉਣਾ ਨਹੀਂ ਆਪਣੇ ਆਪ ਨੂੰ, ਸੰਗਤ ਕਰਨੀ ਹੀ ਕਰਨੀ ਹੈ। ਹਾਂ, ਇਹ ਗੱਲ ਪੱਕੀ ਹੈ, ਜਿੱਦਾਂ ਮੈਂ ਬੇਨਤੀ ਕੀਤੀ ਹੈ ਵੀ ਕੋਈ ਮੁਸ਼ਕਿਲ ਆ ਗਈ ਸਰੀਰ ਨੂੰ, ਬਿਮਾਰ ਹੋ ਗਏ, ਬੁਖਾਰ ਹੋ ਗਿਆ ਤੇ ਉਦੋਂ ਛੁੱਟੀ ਵੀ ਹੋ ਜਾਵੇ ਤੇ ਕੋਈ ਨਹੀਂ, ਪਰ ਨੇਮ ਹੈ ਵੀ ਮੈਂ ਸੰਗਤ ਕਰਨੀ ਹੈ, ਸੰਗਤ ਦੇ ਵਿੱਚ ਜਾਣਾ ਹੀ ਜਾਣਾ ਹੈ। ਔਰ ਆਪਣੇ ਬੱਚਿਆਂ ਨੂੰ ਵੀ ਇਸ ਗੱਲ ਦੀ ਆਦਤ ਪਾਈਏ, ਕਿਤੇੋਂ ਵੀ ਘੁੰਮ ਕੇ ਆਓ, ਕਿਤੇ ਵੀ ਹੋਵੇ, ਗੁਰਦੁਆਰਾ ਸਾਹਿਬ ਦਰਸ਼ਨ ਕਰਨੇ ਹੀ ਕਰਨੇ ਨੇ। ਬਹੁਤ ਸੰਗਤ ਇੱਦਾਂ ਦੀ ਹੈ, ਦਫ਼ਤਰਾਂ ਤੋਂ ਆਪਣੇ ਘਰ ਦੇ ਵਿੱਚ ਵੱਧ ਜਾਂਦੀ ਹੈ, ਪਹਿਲਾਂ ਇੱਥੇ ਗੁਰੂ ਘਰ ਦੇ ਵਿੱਚ ਹੋ ਕੇ ਆਉਂਦੀ ਹੈ। ਬਹੁਤ ਸੰਗਤ ਸਵੇਰੇ ਕੰਮ ਤੇ ਬਾਅਦ ਦੇ ਵਿੱਚ ਜਾਂਦੇ ਨੇ, ਸਵੇਰੇ ਪਹਿਲਾਂ ਗੁਰੂ ਘਰ ਦੇ ਦਰਸ਼ਨ ਕਰਕੇ ਜਾਂਦੇ ਨੇ, ਕਿਉਂਕਿ ਨੇਮ ਬਣ ਗਿਆ। ਇੱਦਾਂ ਦਾ ਨੇਮ ਬਣਾਉਣਾ ਹੈ ਵੀ ਗੁਰੂ ਘਰ ਮੇਰੇ ਕੋਲੋਂ ਨਾ ਛੁੱਟੇ ਤੇ ਨਾ ਮੇਰੇ ਕੋਲੋਂ ਨਿਤਨੇਮ ਛੁੱਟੇ, ਮੈਂ ਨਿਤਨੇਮ ਕਰਨਾ ਹੀ ਕਰਨਾ ਹੈ। ਉਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਪ੍ਰਗਟ ਸਦਾ ਨਿਭਾਹੀ ਹੈ। ਤੇ ਫਿਰ ਇੱਕ ਉਦਾਹਰਣ ਹੋਰ ਬੋਲੀ, ਕਹਿੰਦੇ ਵੇਖੋ ਚਾਵਲ ਇੱਕ ਤੇ ਸੱਟ ਨਾ ਦੂਜੀ ਵਾਹੀ ਹੈ। ਜੇਕਰ ਆਪ ਜੀ ਕਿਤੇ, ਵੈਸੇ ਅੱਜ ਤੋਂ ਹੁਣ ਮਹੀਨੇ ਕੁ ਬਾਅਦ ਇਹ ਸਿਸਟਮ ਪੰਜਾਬ ਹਰਿਆਣੇ ਦੇ ਵਿੱਚ ਤੁਸੀਂ ਵੇਖੋਗੇ ਇਹ ਹੋਣਾ ਹੈ। ਹੁਣ ਤੇ ਹਾਰਵੈਸਟਿੰਗ ਕੰਬਾਈਨ ਦੇ ਨਾਲ ਜਾਂ ਇਹਨਾਂ ਮਸ਼ੀਨਾਂ ਦੇ ਨਾਲ ਕਰ ਦਿੱਤੀ ਜਾਂਦੀ ਹੈ। ਜਿਹੜਾ ਧਾਨ ਬੀਜਿਆ ਜਾਂਦਾ ਹੈ ਤੇ ਜਦੋਂ ਉਹਦੇ ਨਾਲੋਂ ਉਹਨੂੰ ਅਲੱਗ ਕੀਤਾ ਜਾਂਦਾ ਹੈ, ਉਹਦੀ ਪਰਾਲੀ ਦੇ ਨਾਲੋਂ, ਸਟਬਲ ਦੇ ਨਾਲੋਂ ਅਲੱਗ ਕੀਤਾ ਜਾਂਦਾ ਹੈ ਤੇ ਉਹਨੂੰ ਬੜੇ ਜ਼ੋਰ ਦੀ ਜ਼ਮੀਨ ਤੇ ਪਟਕਿਆ ਜਾਂਦਾ ਹੈ। ਚਾਵਲ ਨੂੰ ਨਹੀਂ ਪਟਕਿਆ ਜਾਂਦਾ, ਧਾਨ ਨੂੰ ਪਟਕਿਆ ਜਾਂਦਾ ਹੈ। ਧਾਨ ਦੇ ਵਿੱਚੋਂ ਫਿਰ ਚਾਵਲ ਨਿਕਲਦਾ ਹੈ, ਆਪ ਜੀ ਨੇ ਜੇਕਰ ਵੇਖਿਆ ਹੋਵੇਗਾ। ਉਹਨੂੰ ਇਸ ਕਰਕੇ ਕਿਸੇ ਲੋਹੇ ਦੀ ਚੀਜ਼ ਦੇ ਉੱਤੇ
ਜਾਂ ਪਹਿਲਾਂ ਮਿੱਟੀ ਦਾ ਹੀ ਪੇੜ ਬਣਾ ਲਿਆ ਜਾਂਦਾ ਸੀ, ਉਹਦੇ ਉੱਤੇ ਜ਼ੋਰ ਦੀ ਪਟਕਿਆ ਜਾਂਦਾ ਔਰ ਇਸ ਕਰਕੇ ਪਟਕਿਆ ਜਾਂਦਾ ਵੀ ਉਹ ਜਿਹੜੇ ਪਰਾਲੀ ਦੇ ਨਾਲੋਂ ਜਿਹੜੇ ਧਾਨ ਦੇ ਦਾਣੇ ਨੇ ਨਾ ਉਹ ਅਲੱਗ ਹੋ ਜਾਣ। ਤੇ ਜਦੋਂ ਉਹਨੂੰ ਜ਼ੋਰ ਦੀ ਪਟਕ ਦਿੱਤਾ, ਜਿਹੜੇ ਦਾਣੇ ਅਲੱਗ ਹੋ ਗਏ ਤੇ ਪਰਾਲੀ ਨੂੰ ਪਿੱਛੇ ਸੁੱਟ ਦਿੱਤਾ ਜਾਂਦਾ। ਭਾਈ ਗੁਰਦਾਸ ਸਾਹਿਬ ਨੇ ਉਹ ਉਦਾਹਰਣ ਬੋਲੀ ਹੈ, ਕਹਿੰਦੇ ਵੀ ਜ਼ਿਆਦਾ ਜ਼ੋਰ ਦੀ ਜੇਕਰ ਆਪਾਂ ਸੱਟ ਮਾਰਦੇ ਆ ਨਾ ਉਸ ਨੂੰ, ਤੁਸੀਂ ਹੁਣ ਥੋੜ੍ਹੇ ਦਿਨਾਂ ਬਾਅਦ ਜੇ ਕਿਤੇ ਪੰਜਾਬ ਜਾਓਗੇ ਜਾਂ ਹਰਿਆਣਾ ਨਿਕਲੋਗੇ, ਤੁਹਾਨੂੰ ਉਦਾਹਰਣ ਵੇਖਣ ਨੂੰ ਇਹ ਮਿਲ ਜਾਵੇਗੀ ਜਿੱਥੇ ਹੱਥਾਂ ਦੇ ਨਾਲ ਕਟਾਈ ਹੁੰਦੀ ਹੈ, ਮਸ਼ੀਨ ਦੇ ਨਾਲ ਨਹੀਂ। ਤੇ ਉਹਦੇ ਵਿੱਚ ਕੀ ਹੈ, ਜਿੱਦਾਂ ਇੱਕੋ ਸੱਟ ਮਾਰਿਆ ਧਾਨ ਅਲੱਗ ਹੋ ਗਿਆ ਨਾ ਪਰਾਲੀ ਦੇ ਨਾਲੋਂ, ਇੱਦਾਂ ਕਹਿੰਦੇ ਨੇ ਇੱਕੋ ਹੀ ਵਾਰ ਆਪਣੀ ਜ਼ਿੰਦਗੀ ਨੂੰ ਸਮਝੋ। ਇਹਨੂੰ ਇੱਦਾਂ ਨਾ ਸਮਝੋ ਵੀ ਇਹ ਬੜੀ ਲੰਮੀ ਮਿਲੀ ਹੈ ਤੇ ਵਾਰ-ਵਾਰ ਮਿਲੀ ਜਾਣੀ ਹੈ। ਜਿੱਦਾਂ ਧਾਨ ਇੱਕੋ ਸੱਟ ਦੇ ਨਾਲ ਵੱਖ ਹੋ ਜਾਂਦਾ ਹੈ ਨਾ ਪਰਾਲੀ ਦੇ ਨਾਲੋਂ, ਉੱਦਾਂ ਇੱਕੋ ਵਾਰੀ ਇਸ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਲਓ। ਡੀਕਦੇ ਨਾ ਰਹੋ ਵੀ ਗਾਂ ਅਗਲੇ ਜਨਮ ਦੇ ਵਿੱਚ ਵੇਖਾਂਗੇ, ਉੱਧਰ ਨਾ ਚੱਲੋ। ਹੁਣ ਚਾਵਲ ਇੱਕ ਤੇ ਸੱਟ ਨਾ ਦੂਜੀ ਵਾਹੀ ਹੈ। ਜਿੱਦਾਂ ਦੂਜੀ ਵਾਰ ਉਹਨਾਂ ਨੂੰ ਚੋਟ ਨਹੀਂ ਨਾ ਮਾਰਨੀ ਪੈਂਦੀ, ਇੱਕੋ ਚੋਟ ਦੇ ਵਿੱਚ ਅਲੱਗ ਹੋ ਜਾਂਦਾ ਹੈ। ਕਹਿੰਦੇ ਬਸ ਐਸੇ ਵਾਰੀ ਇਸ ਜਿਹੜੀ ਹੁਣ ਦੀ ਜ਼ਿੰਦਗੀ ਹੈ ਨਾ, ਸੰਗਤ ਦੇ ਵਿੱਚ ਆ ਕੇ ਤੇ ਆਪਣੀ ਜ਼ਿੰਦਗੀ ਜਿੱਤ ਲਓ। ਇਹਨੂੰ ਇਹ ਨਾ ਡੀਕੋ ਵੀ ਗਾਂ ਹੋਰ ਜਨਮ ਹੋਣੇ ਨੇ, ਕਿਸੇ ਨੂੰ ਨਹੀਂ ਪਤਾ ਕੀ ਬਣ ਜਾਣਾ ਜ਼ਿੰਦਗੀ ਦੇ ਵਿੱਚ। ਇਹ ਤਾਂ ਲਾਰੇ ਨੇ ਵੀ 7 ਹੋਣਗੇ, 14 ਹੋਣਗੇ, 21 ਹੋਣਗੇ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਹੁਣ ਦੀ ਜਿਹੜੀ ਜ਼ਿੰਦਗੀ ਹੈ ਇਹਨੂੰ ਸਮਝੋ ਵੀ ਇਹਦੇ ਵਿੱਚ ਅਸੀਂ ਕੀ ਕਰਨਾ ਹੈ। ਸਤਿਗੁਰੂ ਜੀ ਦਾ ਇੱਕ ਬਚਨ ਆਉਂਦਾ ਹੈ, ਅਗਾਹਾਂ ਕੂ ਤਰਾਂਗ, ਮਰਜ਼ ਕਹਿੰਦੇ ਗਾਂ ਨੂੰ ਵੇਖ, ਅੱਗੇ ਦੀ ਤਾਂਗ ਕਰ, ਪਿੱਛਾ ਫੇਰ ਨਾ ਮੋਢੜਾ। ਹੁਣ ਮੋਢੇ ਪਛਾਣ ਨੂੰ ਨਾ ਕਰ, ਮਤਲਬ ਹੁਣ ਮੁੜ ਨਾ, ਤੂੰ ਗਾਂ ਨੂੰ ਜਾਈ ਜਾ, ਹੁਣ ਅੱਗੇ ਤੁਰੀ ਜਾ, ਹੁਣ ਪਿੱਛੇ ਨੂੰ ਨਾ ਹੋ। ਅਗਾਹਾਂ ਕੂ ਤਰਾਂਗ, ਪਿੱਛਾ ਫੇਰ ਨਾ ਮੋਢੜਾ, ਨਾਨਕ ਸਿੱਝ ਇਵੇਹਾ ਵਾਰ। ਐ ਭਾਈ ਹੁਣ ਸੰਗਤ ਦੇ ਵਿੱਚ ਬੈਠਾ ਹੈ ਤੇ ਹੁਣ ਸਫਲ ਹੋ ਜਾ। ਹੁਣ ਇਸ ਜਨਮ ਦੇ ਵਿੱਚ ਆਇਆ ਹੈ ਨਾ ਤੇ ਹੁਣ ਸਫਲ ਹੋ ਜਾ। ਨਾਨਕ ਸਿੱਝ ਇਵੇਹਾ ਵਾਰ, ਬਹੁੜ ਨਾ ਹੋਵੀ ਜਨਮੜਾ। ਫਿਰ ਇਦਾਂ ਦਾ ਜਨਮ ਥੋੜਾ ਮਿਲ ਜਾਣਾ ਕਿਤੇ, ਫਿਰ ਕਿੱਥੇ ਜਨਮ ਹੋਣਾ ਹੈ, ਤੇ ਫਿਰ ਕੀ ਪਤਾ ਹੋਣਾ ਵੀ ਹੈ ਕਿ ਨਹੀਂ, ਕਿਸੇ ਨੂੰ ਕੋਈ ਗਰੰਟੀ ਨਹੀਂ ਹੈ ਇਸ ਚੀਜ਼ ਦੀ। ਇਹ ਸਾਰੀਆਂ ਗੱਲਾਂ ਨੇ, ਅਸੀਂ ਇਹਦੇ ਵਿੱਚ ਜਦੋਂ ਸਾਨੂੰ ਸਮਝ ਹੀ ਨਹੀਂ ਇਹਨਾਂ ਚੀਜ਼ਾਂ ਦੇ ਬਾਰੇ ਤੇ ਕੀ ਕਿਹਾ ਜਾ ਸਕਦਾ ਹੈ। ਹੁਣ ਤੇ ਹੈ ਨਾ, ਅਸੀਂ ਅਗਲਿਆਂ ਦੇ ਸੋਚ ਕੇ ਇਹ ਵੀ ਗਵਾ ਲਈਏ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਜਿੱਦਾਂ ਚਾਵਲ ਜਿਹੜਾ ਧਾਨ ਹੈ ਉਹਨੂੰ ਇੱਕੋ ਸੱਟ ਦੇ ਨਾਲ ਅਲੱਗ ਕੀਤਾ ਜਾਂਦਾ ਹੈ ਨਾ, ਇਹਨੂੰ ਇੱਦਾਂ ਸਮਝੋ ਵੀ ਹੁਣ ਹੀ ਮੇਰੇ ਕੋਲ ਮੌਕਾ ਹੈ, ਅਗਲੇ ਜਨਮ ਦੀ ਤਾਂ ਗੱਲ ਹੀ ਨਹੀਂ, ਮੈਂ ਐਸੇ ਜ਼ਿੰਦਗੀ ਨੂੰ ਸਫਲ ਕਰਕੇ ਜਾਣਾ ਹੈ ਔਰ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਕਰਨਾ ਹੈ। ਤੇ ਹੋਰ ਕਹਿ ਦੇਵਾਂ, ਅੱਜ ਦੀ ਕਥਾ ਅੱਜ ਲਈ ਤੁਹਾਨੂੰ ਵੀ ਇਸ ਕਰਕੇ ਮੈਂ ਕਹਿ ਰਿਹਾ ਹਾਂ, ਬਖਸ਼ ਲਵੇ ਸਤਿਗੁਰੂ। ਇਹਨੂੰ ਇੱਦਾਂ ਸਮਝੋ, ਇਹ ਨਹੀਂ ਵੀ ਮੈਂ ਫਿਰ ਕਹਿ ਦੇ ਮੈਂ ਆਪਣੀ ਵਡਿਆਈ ਕਰਦਾ ਹਾਂ। ਕਥਾ ਦੇ ਵਿੱਚ ਬਹੁਤ ਘੱਟ ਗੱਲਾਂ ਹੁੰਦੀਆਂ ਨੇ ਜਿਹੜੀਆਂ ਗੁਰੂ ਦੀ ਬਖਸ਼ਿਸ਼ ਦੇ ਕਰਕੇ ਮੈਂ ਰਿਪੀਟ ਕਰਦਾ ਹਾਂ, ਨਹੀਂ ਤਾਂ ਲਗਭਗ ਹਰ ਰੋਜ਼ ਕੋਈ ਗੱਲ ਹੋ ਰਹੀ ਹੈ। ਬਹੁਤ ਘੱਟ ਹੈ, ਕਿਤੇ ਲੋੜ ਪੈ ਜਾਵੇ ਤਾਂ ਰਿਪੀਟ ਕਰਨੀ ਪੈਂਦੀ ਹੈ। ਅੱਜ ਦੀ ਕਥਾ ਸਿਰਫ ਅੱਜ ਲਈ ਹੈ। ਮੇਰੇ ਲਈ ਇਹ ਕਥਾ ਇੱਦਾਂ ਹੈ, ਇਹ ਨਹੀਂ ਵੀ ਮੈਂ ਤੁਹਾਨੂੰ ਸੁਣਾ ਰਿਹਾ ਹਾਂ, ਮੇਰੇ ਲਈ ਇਹ ਕਥਾ ਇੱਦਾਂ ਹੈ ਵੀ ਮੈਂ ਅੱਜ ਇਹਦੇ ਤੋਂ ਨਵਾਂ ਸਿੱਖਣਾ ਹੈ। ਅਤੇ ਜੇ ਮੈਂ ਪਹਿਲੀਆਂ ਗੱਲਾਂ ਕਰਦਾ ਰਿਹਾ ਤਾਂ ਮੈਂ ਕੀ ਸਿੱਖਾਂਗਾ, ਅਤੇ ਜੇ ਮੈਂ ਨਹੀਂ ਸਿੱਖਾਂਗਾ ਤਾਂ ਤੁਹਾਨੂੰ ਕੀ ਸਿਖਾ ਦੇਵਾਂਗਾ। ਇਸ ਕਰਕੇ ਬਸ ਇੰਨੀ ਕੁ ਖੇਡ ਹੈ, ਹਰ ਰੋਜ਼ ਨਵੀਂ ਕਥਾ। ਅੱਜ ਦੀ ਕਥਾ ਸਿਰਫ ਅੱਜ ਲਈ। ਜੋ ਅੱਜ ਤੋਂ 3 ਸਾਲ ਪਹਿਲਾਂ ਬੋਲਿਆ ਗਿਆ ਹੈ ਮੈਨੂੰ ਕਿਤੇ ਨਾ ਕਿਤੇ ਯਾਦ ਹੈ, ਪਰ ਸਾਰਾ ਕੁਝ ਯਾਦ ਨਹੀਂ। ਪਰ ਅੱਜ ਦੀ ਕਥਾ ਦਾ ਮੇਰੇ 'ਤੇ ਕੀ ਅਸਰ ਹੈ ਇਹ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਅੱਜ ਦੀ ਕਥਾ ਅੱਜ ਲਈ। ਇਹ ਨਾ ਸੋਚੋ ਵੀ ਕੱਲ੍ਹ ਕੀ ਹੋਵੇਗਾ, ਪਰਸੋਂ ਕੀ ਹੋਵੇਗਾ। ਮੈਂ ਬਹੁਤ ਕੁਝ ਸੋਚ ਕੇ ਆਉਂਦਾ ਹੁੰਦਾ ਵੀ ਉਹ ਵੀ ਕਰ ਦੇਣਾ, ਆ ਵੀ ਕਰ ਦੇਣਾ, ਕੁਝ ਨਹੀਂ ਹੁੰਦਾ, ਸਾਰਾ ਕੁਝ ਇੱਥੇ ਰਹਿ ਜਾਂਦਾ ਹੈ। ਇਸ ਕਰਕੇ ਜਿੱਦਾਂ ਇੱਕੋ ਸੱਟ ਦੇ ਨਾਲ ਧਾਨ ਅਲੱਗ ਹੋ ਜਾਂਦਾ ਹੈ, ਆਪਣੀ ਜ਼ਿੰਦਗੀ ਨੂੰ ਇੱਕੋ ਵਾਰੀ ਸਫਲਾ ਕਰ ਲਓ ਭਾਈ, ਅੱਜ ਹੀ ਇਹਨੂੰ ਸਫਲਾ ਕਰੋ। ਜਮ ਦੀ ਫਾਹੀ ਕੱਟ, ਦਾਦ ਇਲਾਹੀ ਹੈ, ਰੱਬ ਦੇ ਕੋਲੋਂ ਰੱਬੀ ਬਖਸ਼ਿਸ਼ ਮੰਗੋ, ਕਿਰਪਾ ਮੰਗੋ, ਜਮਾਂ ਦੀ ਫਾਹੀ ਕੱਟੀ ਜਾਵੇ। ਪੰਜੇ ਦੂਤ ਸੰਘਟ ਢੇਰੀ ਢਾਹੀਏ। ਜਿਹੜੇ 5 ਦੂਤ ਨੇ ਨਾ, ਸਾਡੇ 5 ਵਿਕਾਰ ਨੇ, ਇਹਨਾਂ ਦਾ ਟੋਲਾ, ਕਾਮ ਕ੍ਰੋਧ ਲੋਭ ਮੋਹ ਜਿਹੜੀਆਂ ਸਾਡੇ ਅੰਦਰ ਮਨ ਦੀਆਂ ਹਾਲਤਾਂ ਨੇ ਨਾ, ਇਹਨਾਂ ਸਾਰਿਆਂ ਦਾ ਟੋਲਾ ਕੀ ਕਰੋ, ਢੇਰੀ ਢਾਹੀਏ। ਢੇਰੀ ਦਾ ਮਤਲਬ ਹੁੰਦਾ ਹੈ ਮਿੱਟੀ ਥੋੜ੍ਹੀ ਜਿਹੀ ਇਕੱਠੀ ਕਰਕੇ ਤੇ ਇੱਕ ਥਾਂ ਦੇ ਉੱਤੇ ਥੋੜ੍ਹੀ ਜਿਹੀ ਉੱਚੀ ਜਗ੍ਹਾ ਬਣਾ ਦੇਣੀ, ਉਹਨੂੰ ਢੇਰੀ ਕਹਿੰਦੇ ਨੇ। ਤੇ ਉਹਦੇ ਉੱਤੇ ਜ਼ੋਰ ਦੀ ਪੈਰ ਮਾਰ ਦਿੱਤਾ ਜਾਵੇ ਤੇ ਢੇਰੀ ਢੱਠ ਜਾਂਦੀ ਹੈ, ਡਿੱਗ ਪੈਂਦੀ ਹੈ। ਜਿੱਦਾਂ ਇੱਕ ਮਿੱਟੀ ਦੀ ਢੇਰੀ ਢਾਹ ਦੇਣੀ ਨਾ, ਸਤਿਗੁਰੂ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਇੱਦਾਂ ਵਿਕਾਰਾਂ ਦੀ ਢੇਰੀ ਢਾਹ ਦਿਓ, ਆਪਣੀਆਂ ਗਲਤੀਆਂ ਦੀ ਢੇਰੀ ਢਾਹ ਦਿਓ। ਪੰਜੇ ਦੂਤ ਸੰਗਟ, 5 ਵਿਕਾਰਾਂ ਦੀ ਜਿਹੜੀ ਢੇਰੀ ਹੈ ਨਾ ਉਹਨੂੰ ਢਾਹ ਦਿਓ, ਢੇਰੀ ਢਾਹੀ ਹੈ। ਪਾਣੀ ਜਿਉਂ ਹਰਟ ਸੋ ਖੇਤ ਉਮਾਹੀ ਹੈ। ਹਰਟ ਜਿਹੜਾ ਤੁਸੀਂ ਵੇਖੋਗੇ ਖੂਹ ਦੇ ਵਿੱਚ ਚੇਨ ਸਿਸਟਮ ਚੱਲਦਾ ਹੁੰਦਾ ਸੀ, ਇੱਕ ਪਾਸੇ ਉਹਦੇ ਨਾਲ ਬਾਲਟੀਆਂ ਵੱਜੀਆਂ ਹੁੰਦੀਆਂ ਸੀ ਤੇ ਉਹ ਚੇਨ ਜਦੋਂ ਘੁੰਮਣੀ ਸੀ ਤੇ ਇੱਕ ਪਾਸੇ ਤੋਂ ਬਾਲਟੀਆਂ ਜ਼ਮੀਨ ਦੇ ਵਿੱਚੋਂ ਪਾਣੀ ਲਈ ਆਉਂਦੀਆਂ ਹੁੰਦੀਆਂ ਸੀ। ਇੱਕ ਖਾਸ ਟੋਏ ਦੇ ਵਿੱਚ ਜਿਹਨੂੰ ਪਾੜਛਾ ਕਿਹਾ ਜਾਂਦਾ ਸੀ, ਉਹਦੇ ਵਿੱਚੋਂ ਦੀ ਪਾਣੀ ਅੱਗੇ ਨਿਕਲ ਕੇ ਤੇ ਅੱਗੇ ਆੜ ਦੇ ਵਿੱਚ ਚਲੀ ਜਾਣਾ, ਖਾਲ ਦੇ ਵਿੱਚ ਜਾਈ ਜਾਣਾ। ਤੁਸੀਂ ਇੰਟਰਨੈਟ ਤੋਂ ਉਦਾਹਰਣ ਵੇਖ ਸਕਦੇ ਜੇ। ਉਹ ਇੱਕ ਪਾਸੇ ਤੋਂ ਭਰੀਆਂ ਆਉਂਦੀਆਂ ਨੇ ਤੇ ਦੂਜੇ ਪਾਸੇ ਤੋਂ ਖਾਲੀ ਹੋਈ ਜਾਂਦੀਆਂ ਨੇ। ਤੇ ਉਸ ਪਾਣੀ ਦੇ ਨਾਲ ਕੀ ਕੀਤਾ ਜਾਂਦਾ ਸੀ,
ਲਾਗੇ ਦਾ ਜਿਹੜਾ ਏਰੀਆ ਸੀ ਉਹਨੂੰ ਪਾਣੀ ਲਾਇਆ ਜਾਂਦਾ ਸੀ। ਇੱਦਾਂ ਹੀ ਜਿੱਦਾਂ ਹੁਣ ਤੁਸੀਂ ਉਦਾਹਰਣ ਨੂੰ ਵੇਖ ਸਕਦੇ ਜੇ ਵੀ ਮਾਲੀ ਆਉਂਦਾ ਅਤੇ ਮਾਲੀ ਕੀ ਕਰਦਾ, ਪਾਈਪ ਲੈ ਕੇ ਅਤੇ ਆਲੇ ਦੁਆਲੇ ਦੇ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਨੂੰ ਪਾਣੀ ਲਾ ਦਿੰਦਾ ਹੈ, ਰੋਜ਼ ਤਰੋ ਤਾਜ਼ਾ ਕਰਦਾ ਹੈ। ਕਿਉਂ? ਉਹਨੂੰ ਪਤਾ ਵੀ ਰੋਜ਼ ਪਾਣੀ ਲਾਉਣਾ ਜ਼ਰੂਰੀ ਹੈ, ਨਹੀਂ ਤਾਂ ਸੁੱਕ ਜਾਣਗੇ। ਤੁਸੀਂ ਹੁਣ ਚਲੋ ਬਾਰਿਸ਼ ਹੋ ਜਾਂਦੀ ਹੈ, ਉਹ ਗੱਲ ਹੋਰ ਹੈ, ਪਰ ਇਸ ਕਰਕੇ ਪਾਣੀ ਲਾ ਰਿਹਾ ਵੀ ਇਹਨਾਂ ਨੂੰ ਤਾਜ਼ੇ ਰੱਖਣਾ ਹੈ। ਪਾਣੀ ਨਹੀਂ ਲੱਗਾ ਤਾਂ ਬਹੇ ਹੋ ਜਾਣਗੇ। ਸੰਗਤ ਦੇ ਵਿੱਚ ਆਉਣਾ ਸਮਝ ਲਓ ਆਪਣੀ ਆਤਮਾ ਨੂੰ ਪਾਣੀ ਲਾਉਣਾ ਹੈ। ਇਹ ਜਿੱਦਣ ਪਾਣੀ ਨਾ ਲੱਗਾ ਅਸੀਂ ਉਦਣ ਹੀ ਬਹੇ ਹੋ ਜਾਣਾ। ਬਹਿਆ ਸਮਝਦੇ ਜੇ ਨਾ, ਦਿਸੇਗਾ ਤੇ ਜ਼ਰੂਰ ਪਰ ਸਵਾਦ ਨਹੀਂ ਹੋਵੇਗਾ। ਜਿੱਦਾਂ ਬਈ ਰੋਟੀ ਹੁੰਦੀ ਹੈ, 2-3 ਦਿਨ ਦੀ ਰੋਟੀ ਵੀ ਤਾਂ ਹੁੰਦੀ ਹੈ, ਰੋਟੀ ਰੋਟੀ ਰਹਿੰਦੀ ਹੈ, ਬਦਲ ਨਹੀਂ ਜਾਂਦੀ, ਪਰ ਆਕੜ ਕਿੱਦਾਂ ਦੀ ਜਾਂਦੀ ਹੈ ਫਿਰ। ਬਸ ਇੱਦਾਂ ਸਾਡੀ ਆਤਮਾ ਹੋ ਜਾਂਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਦਾ ਤੇ ਜੀਂਦਾ ਹਾਂ, ਜਿੱਦਣ ਇਹ ਭੁੱਲ ਜਾਂਦਾ ਹੈ ਮੇਰੀ ਹਾਲਤ ਮਰਿਆਂ ਵਰਗੀ ਹੁੰਦੀ ਹੈ, ਵੇਖਣ ਨੂੰ ਭਾਵੇਂ ਮੈਂ ਚੰਗਾ ਭਲਾ ਨਜ਼ਰ ਆਉਂਦਾ ਹਾਂ। ਇਸ ਕਰਕੇ ਕਹਿੰਦੇ ਨੇ ਭਾਈ, ਜਿੱਦਾਂ ਹਰਟ ਦੇ ਪਾਣੀ ਦੇ ਨਾਲ, ਖੂਹ ਦੇ ਪਾਣੀ ਦੇ ਨਾਲ ਖੇਤੀ ਨੂੰ ਰੋਜ਼ ਸਿੰਜਿਆ ਜਾਂਦਾ ਹੈ ਨਾ, ਇੱਦਾਂ ਆਪਣੀ ਆਤਮਾ ਨੂੰ ਸਿੰਜੋ। ਕਿੱਦਾਂ ਸਿੰਜਣਾ ਹੈ? ਸੰਗਤ ਦੇ ਵਿੱਚੋਂ ਕੀਰਤਨ ਸੁਣ ਕੇ, ਬਾਣੀ ਸੁਣ ਕੇ, ਸੇਵਾ ਕਰਕੇ, ਬਾਣੀ ਪੜ੍ਹ ਕੇ। ਇੱਦਾਂ ਮੈਂ ਆਪਣੀ ਆਤਮਾ ਨੂੰ ਹਰੀ ਭਰੀ ਰੱਖਣਾ ਹੈ ਵੀ ਇਹਦੇ ਵਿੱਚ ਜਿਹੜਾ ਹੈ ਉਹ ਕੋਈ ਸੋਕਾ ਨਾ ਆਵੇ, ਕੋਈ ਉਦਾਸੀ ਨਾ ਆਵੇ। ਇਹ ਮੁੱਖ ਗੱਲ ਹੈ। ਸੰਗਤ ਦੇ ਵਿੱਚੋਂ ਆ ਕੇ ਸ਼ਬਦ ਸਿੱਖਣਾ ਹੈ। ਸ਼ਬਦ ਸਿੱਖ ਕੇ ਅਤੇ ਫਿਰ ਇੱਥੋਂ ਜਿਹੜਾ ਮੈਨੂੰ ਦਾਤ ਮਿਲੇਗੀ ਉਹ ਇੱਦਾਂ ਹੈ ਵੀ ਭਾਈ ਮੇਰੀ ਜ਼ਿੰਦਗੀ ਸਫਲ ਹੋ ਜਾਵੇਗੀ। ਗੁਰੂ ਬਖਸ਼ਿਸ਼ ਦੇ ਸਦਕਾ ਕੁਝ ਕੁ ਪਾਸੇ ਮੈਂ ਆਪ ਜੀ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ